ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਦੇ ਵਿੱਚ ਉਸਤਤ ਕਰਦਿਆਂ ਹੋਇਆਂ ਭੱਟ ਸਹਿਬਾਨ ਵੱਲੋਂ ਜੋ ਸਵਈਏ ਰੂਪ ਵਿੱਚ ਅੰਮ੍ਰਿਤਮਈ ਪਾਵਨ ਬਚਨਾਂ ਦਾ ਉਚਾਰਨ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਹੈ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਜੋ ਭੱਟ ਸਹਿਬਾਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਰਵਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ, ਜੇ ਮਤ ਤ੍ਰਿਲੋਚਨ ਚਿਤ, ਭਗਤ ਕਬੀਰਹਿ ਜਾਣੀ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸਵਈਏ ਮਹੱਲੇ ਤੀਜੇ ਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ, ਉਹਨਾਂ ਦੀ ਉਸਤਤ ਕਰਦਿਆਂ ਹੋਇਆਂ ਭੱਟ ਸਹਿਬਾਨ ਵੱਲੋਂ ਜੋ ਸਵਈਏ ਉਚਾਰਨ ਕੀਤੇ ਗਏ, ਉਹਨਾਂ ਵਿੱਚੋਂ ਜੋ ਅੱਜ ਦਾ ਇਹ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1394 ਦੇ ਉੱਪਰ ਸੁਭਾਈਮਾਨ ਹੈ। ਭੱਟ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੱਤ ਬਾਰੇ ਜ਼ਿਕਰ ਕਰਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਕੇ ਜੋ ਗੁਰੂ ਸਾਹਿਬ ਦੀ ਮੱਤ ਹੈ, ਉਸ ਮੱਤ ਨੂੰ ਧਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਔਰ 15 ਭਗਤਾਂ ਦੀ ਬਾਣੀ ਹੈ। 15 ਭਗਤ ਜਿਨ੍ਹਾਂ ਦੀ ਮੱਤ ਇੱਕ ਹੈ ਔਰ ਜਿਨ੍ਹਾਂ ਨੇ ਆਪਣੇ ਆਪਣੇ ਜੀਵਨ ਕਾਲ, ਆਪਣੇ ਆਪਣੇ ਸਮੇਂ ਦੇ ਵਿੱਚ ਭੁੱਲਿਆਂ ਹੋਇਆਂ ਨੂੰ, ਭਰਮ ਦੇ ਵਿੱਚ ਪਿਆਂ ਹੋਇਆਂ ਨੂੰ, ਭਟਕਦਿਆਂ ਹੋਇਆਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਵਹਿਮ ਭਰਮ ਦੇ ਵਿੱਚੋਂ ਦੀ ਨਿਕਲ ਕੇ, ਕਰਮ ਕਾਂਡ ਵਿੱਚੋਂ ਨਿਕਲ ਕੇ ਇੱਕ ਗੋਬਿੰਦ ਦੇ ਗੁਣ ਗਾਓ, ਇੱਕ ਪਰਮੇਸ਼ਵਰ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਅਭਿਆਸ ਕਰੋ। ਜਾਤ ਪਾਤ ਤੋਂ ਉੱਪਰ ਉੱਠ ਕੇ ਉਹ ਮਤ ਧਾਰਨ ਕਰੋ ਜਿਹਦੇ ਵਿੱਚ ਸਾਰੀ ਇਨਸਾਨੀਅਤ ਤੁਹਾਨੂੰ ਇੱਕ ਬਰਾਬਰ ਨਜ਼ਰ ਆਵੇ। ਊਚ ਨੀਚਤਾ, ਗਰੀਬੀ ਅਮੀਰੀ ਦਾ ਫਰਕ ਮਿਟਾ ਕੇ
ਇੱਕ ਪਰਮੇਸ਼ਵਰ ਦੇ ਨਾਮ ਦਾ ਆਸਰਾ ਲਓ। 15 ਦੇ 15 ਭਗਤਾਂ ਦੀ ਮੱਤ ਇੱਕ ਹੈ। ਤੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਗੁਰੂ ਸਾਹਿਬਾਨ ਔਰ ਭਗਤ ਜਨਾਂ ਦੀ ਜਿਹੜੀ ਬਾਣੀ ਨੂੰ ਦਰਜ ਕੀਤਾ, ਇਹਦਾ ਮਤਲਬ ਗੁਰੂ ਸਾਹਿਬਾਨ ਤੇ ਭਗਤ ਜਨ ਜਿਹੜੇ ਨੇ ਉਹਨਾਂ ਦੀ ਮੱਤ ਇੱਕ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ, ਦੁਨੀਆ ਦੇ ਵਿੱਚ ਮੱਤ ਹਰ ਇੱਕ ਦੀ ਵੱਖਰੀ ਵੱਖਰੀ ਹੈ। ਹਰ ਕੋਈ ਆਪਣੀ ਆਪਣੀ ਮੱਤ ਦੇ ਮੁਤਾਬਕ ਚੱਲ ਰਿਹਾ ਹੈ। ਪਰ ਜਦੋਂ ਅਸੀਂ ਗੁਰੂ ਦੁਆਰੇ ਆਉਂਦੇ ਹਾਂ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹਾਂ, ਤੇ ਇੱਥੇ ਆ ਕੇ ਅਸੀਂ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਲੈ ਕੇ ਅਸੀਂ ਗੁਰਮਤ ਦੇ ਧਾਰਨੀ ਬਣਨਾ। ਮਨਮਤ ਨੂੰ ਇੱਥੇ ਆ ਕੇ ਅਸੀਂ ਛੱਡਣਾ ਹੈ। ਤੇ ਜੇ ਅਸੀਂ ਇੱਥੇ ਆ ਕੇ ਵੀ ਮਨਮਤ ਨਾ ਛੱਡੀ, ਗੁਰੂ ਦੀ ਮੱਤ ਨਾ ਲਈ, ਫਿਰ ਇਹ ਜੀਵਨ ਸਾਡਾ ਜਿਹੜਾ ਹੈ ਇਹਦਾ ਸਫ਼ਰ ਮੁੱਕਣਾ ਨਹੀਂ। ਆਵਾਗਮਨ ਜਿਹੜਾ ਹੈ ਉਹ ਸਾਡੇ ਜੀਵਨ ਦਾ ਮੁੱਕਣਾ ਨਹੀਂ। ਜੋ ਕਾਮਯਾਬੀ ਸਫਲਤਾ ਸਾਨੂੰ ਚਾਹੀਦੀ ਹੈ, ਉਹ ਮੁਕਾਮ ਤੱਕ ਅਸੀਂ ਪਹੁੰਚ ਨਹੀਂ ਸਕਾਂਗੇ ਜਿੰਨਾ ਚਿਰ ਮਨਮਤ ਨੂੰ ਛੱਡ ਕੇ ਅਸੀਂ ਗੁਰਮਤ ਦੇ ਧਾਰਨੀ ਨਹੀਂ ਬਣਦੇ। ਔਰ ਸਾਡੀ ਅਰਦਾਸ ਵੀ ਇਹੀ ਹੁੰਦੀ ਹੈ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਸਾਡੀ ਅਰਦਾਸ ਵੀ ਇਹੀ ਹੁੰਦੀ ਹੈ, ਤੁਮ ਦਇਆ ਕਰੋ ਮੇਰੇ ਸਾਈਂ। हे ਮੇਰੇ ਮਾਲਕ ਜੀ, ਤੁਸੀਂ ਮੇਰੇ ਉੱਤੇ ਆਪਣੀ ਦਇਆ ਕਿਰਪਾ ਰਹਿਮਤ ਵਰਤਾਓ। ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਐਸੀ ਮੱਤ ਦੀਜੈ, ਮੈਨੂੰ ਐਸੀ ਮੱਤ ਦਿਓ ਕਿ ਮੈਂ ਸਦਾ ਤੁਹਾਨੂੰ ਹੀ ਧਿਆਉਂਦਾ ਰਵਾਂ, ਕਿਉਂਕਿ ਦੁਨੀਆ ਦੀ ਮੱਤ ਵੱਖਰੀ ਵੱਖਰੀ ਹੈ। ਕੋਈ ਕਿਸੇ ਦੀ ਮੱਤ ਕਹਿੰਦੀ ਹੈ ਤੂੰ ਪੂਰਬ ਨੂੰ ਜਾ, ਕਿਸੇ ਦੀ ਮੱਤ ਕਹਿੰਦੀ ਹੈ ਤੂੰ ਪੱਛਮ ਨੂੰ ਜਾ, ਕਿਸੇ ਦੀ ਮੱਤ ਕਹਿੰਦੀ ਹੈ ਕਿ ਤੂੰ ਆਪਣੇ ਗਲ ਦੇ ਵਿੱਚ ਜੋ ਬਣਾ ਕੇ ਧਾਗਾ ਤਵੀਤ ਦਿੱਤਾ ਜਾਂਦਾ ਹੈ ਉਹ ਤੂੰ ਪਾ। ਕਿਸੇ ਦੀ ਮੱਤ ਕੁਛ ਕਹਿੰਦੀ ਹੈ, ਕਿਸੇ ਦੀ ਕੁਛ। ਵੱਖਰੀਆਂ ਵੱਖਰੀਆਂ ਮੱਤਾਂ ਨੇ ਸੰਸਾਰ ਵਿੱਚ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਿ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ। ਸਾਰੇ ਦੇਸ਼ਾਂ ਦੀ ਮਤ ਜਿਹੜੀ ਹੈ ਉਹ ਵੇਖੀ, ਪਰ ਕੋਈ ਵੀ ਐਸੀ ਮਤ ਨਹੀਂ ਜਿਹੜੀ ਪ੍ਰਾਣਪਤੀ ਦੇ ਨਾਲ ਜੋੜਦੀ ਹੋਵੇ। ਪ੍ਰਾਣਪਤੀ ਦਾ ਅਰਥ ਹੁੰਦਾ ਜਿਹੜਾ ਸਾਡੇ ਪ੍ਰਾਣਾਂ ਦਾ ਮਾਲਕ ਹੈ, ਜਿਹੜਾ ਸਾਡੀ ਜ਼ਿੰਦਗੀ ਦਾ, ਸਾਡੇ ਸਵਾਸਾਂ ਦਾ ਮਾਲਕ ਹੈ। ਉਹਦੇ ਨਾਲ ਮਤ ਕੋਈ ਐਸੀ ਹੋਵੇ ਜਿਹੜੀ ਉਹਦੇ ਨਾਲ ਜੋੜਦੀ ਹੋਵੇ। ਸਾਰੇ ਦੇਸ਼ ਵੇਖੇ ਆਪਣੀ ਆਪਣੀ ਮਤ ਲੈ ਕੇ ਸਾਰੇ ਹੀ ਚੱਲ ਰਹੇ ਨੇ, ਪਰ ਇੱਕ ਅਕਾਲ ਪੁਰਖ ਪਰਮੇਸ਼ਵਰ ਨਾਲ ਜੋੜਨ ਵਾਲੀ ਮਤ ਨਜ਼ਰ ਨਹੀਂ ਆਉਂਦੀ। ਗੁਰੂ ਅਮਰਦਾਸ ਮਹਾਰਾਜ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆਏ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਬਾਰ 'ਚ, ਇੱਥੇ ਆ ਕੇ ਤੁਸੀਂ ਆਪਣੀ ਮਤ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੀ ਮਤ ਨੂੰ ਧਾਰਨ ਕੀਤਾ। ਉਹ ਮਤ ਜਿਹੜੀ ਭਗਤ ਸਾਹਿਬਾਨ ਦੇ ਕੋਲ ਹੈ, ਜਿਹੜੀ ਮਤ ਦੇ ਰਾਹੀਂ ਭਗਤ ਜਨਾਂ ਨੇ ਦੁਨੀਆ ਨੂੰ ਸਮਝਾਇਆ, ਉਹੀ ਮਤ ਗੁਰੂ ਨਾਨਕ ਸਾਹਿਬ ਦੀ ਹੈ। ਉਸੇ ਮਤ ਨੂੰ ਲੈ ਕੇ ਤੁਸੀਂ ਦੁਨੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ। ਕਿਉਂਕਿ ਮਤ ਕੀ ਹੈ? ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਕਰਦਿਆਂ ਪਹਿਲਾਂ ਭਗਤ ਜਨਾਂ ਦਾ ਨਾਮ ਲੈ ਕੇ ਉਹਨਾਂ ਦਾ ਹਵਾਲਾ ਦਿੱਤਾ ਕਿ ਜਿਸ ਤਰ੍ਹਾਂ ਦੀ ਮਤ ਜੈਦੇਵ ਜੀ ਦੀ ਹੈ, ਜਿਸ ਤਰ੍ਹਾਂ ਦੀ ਮਤ ਨਾਮਦੇਵ ਜੀ ਦੀ ਹੈ, ਇਸੇ ਤਰ੍ਹਾਂ ਦੀ ਮਤ ਗੁਰੂ ਸਾਹਿਬ ਜੀ ਜਿਹੜੀ ਹੈ ਉਹ ਤੁਹਾਡੀ ਹੈ। ਭਾਵ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੁੜਨਾ। ਵੱਖ-ਵੱਖ ਭਰਮ ਭੁਲੇਖਿਆਂ ਦੇ ਵਿੱਚ ਪਾਉਣ ਦੀ ਬਜਾਏ
ਸਿਰਫ ਇੱਕ ਅਕਾਲ ਪੁਰਖ ਦੇ ਨਾਮ ਦਾ ਆਸਰਾ ਲੈਣਾ, ਇਹੀ ਭਗਤ ਜਨ ਸਮਝਾਉਂਦੇ ਰਹੇ। 15 ਦੇ 15 ਭਗਤ ਜਿਹੜੇ ਹੋਏ ਨੇ, ਇਹ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇਹਨਾਂ ਦਾ ਸੰਸਾਰ ਵਿੱਚ ਆਉਣਾ ਹੋਇਆ। ਕਬੀਰ ਸਾਹਿਬ ਕਿੰਨਾ ਕਾਂਸ਼ੀ ਹਰਿਦੁਆਰ ਦੇ ਵਿੱਚ ਜ਼ੋਰ ਲਾਉਂਦੇ ਰਹੇ ਵੀ ਆਹ ਮੱਤ ਦੇ ਧਾਰਨੀ ਬਣੋ, ਜਿਹੜੀ ਜਿਹੜੀ ਮੱਤ ਤੁਸੀਂ ਧਾਰਨ ਕੀਤੀ ਹੋਈ ਹੈ ਇਹਨੂੰ ਤਿਆਗ ਕੇ ਉਸ ਮੱਤ ਨੂੰ ਧਾਰਨ ਕਰੋ, ਜਿਹਦੇ ਨਾਲ ਤੁਹਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ। ਸਾਰਾ ਜਗਤ ਹੀ ਰਾਮ ਰਾਮ ਜਿਹੜਾ ਉਹ ਕਰ ਰਿਹਾ ਹੈ, ਪਰ ਉਹਦਾ ਭੇਦ ਕਿਸੇ ਨੇ ਵੀ ਨਹੀਂ ਪਾਇਆ, ਉਹਨੂੰ ਕਿਸੇ ਨੇ ਵੀ ਨਹੀਂ ਜਾਣਿਆ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਦੋ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਾਮ ਸ਼ਬਦ ਆਇਆ ਹੈ। ਇੱਕ ਰਾਮ ਰਾਮ ਕਰਤਾ ਸਭ ਜਗ ਫਿਰੈ, ਸਾਰਾ ਜਗਤ ਹੀ, ਤੇ ਦੂਸਰਾ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪਹਿਰਲਾਦ, ਜਪਿਓ ਹਰ ਜੈਸੇ। ਅਰਥ ਸੇਮ ਹੀ ਨੇ। ਰਾਮ ਦਾ ਇੱਥੇ ਅਰਥ ਹੈ ਰਮਿਆ ਹੋਇਆ। ਜਿਹੜਾ ਸਾਰੇ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਉਹ ਰਮਿਆ ਹੋਇਆ ਹੈ। ਰਮਿਆ ਦਾ ਮਤਲਬ ਕੋਈ ਵੀ ਐਸੀ ਥਾਂ ਨਹੀਂ ਜਿੱਥੇ ਉਹਦਾ ਵਸੇਵਾ ਨਾ ਹੋਵੇ। ਹਰ ਥਾਂ ਤੇ ਹਰ ਕਣ ਵਿੱਚ ਉਹ ਪਰਮੇਸ਼ਵਰ ਜਿਹੜਾ ਉਹਦਾ ਵਸੇਵਾ ਹੈ। ਬਸ ਭਾਵਨਾ ਦੀ ਅੱਖ ਚਾਹੀਦੀ ਹੈ ਤੇ ਗੁਰੂ ਦੀ ਮੱਤ ਚਾਹੀਦੀ ਹੈ। ਗੁਰੂ ਦੀ ਮੱਤ ਲੈ ਕੇ ਭਾਵਨਾ ਦੀ ਅੱਖ ਨਾਲ ਵੇਖਾਂਗੇ ਤਾਂ ਜੈ ਜੈ ਪੇਖੋ ਤੈ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬੱਤਰ ਮੈਂ ਮਨ, ਸਦਾ ਧਿਆਈ। ਰਵ ਰਹਿਆ ਸਰਬੱਤਰ ਮੈਂ, ਇਹਨੂੰ ਕਹਿੰਦੇ ਆਰਾਮ। ਰਮਿਆ ਹੋਇਆ ਜਿਹੜਾ ਹਰ ਇੱਕ ਦੇ ਵਿੱਚ ਸਮਾਇਆ ਹੋਇਆ। ਔਰ ਇੱਕ ਸਮੇਂ ਦੇ ਰਾਜਾ ਰਾਮ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਰਾਵਣ ਸੀਤਾ ਜੀ ਨੂੰ ਲੈ ਜਾਂਦਾ ਹੈ, ਉਸ ਵੇਲੇ ਜੋ ਉਹ ਹਾਲਾਤ ਨੇ, ਮਾਹੌਲ ਨੇ, ਉਸ ਸਮੇਂ ਦੇ ਰਾਜਾ ਰਾਮ ਦਾ ਜ਼ਿਕਰ ਕੀਤਾ ਹੈ। ਪਰ ਜਿਸ ਰਾਮ ਨਾਲ ਸਾਨੂੰ ਜੋੜਿਆ ਹੈ ਉਹ ਰਮਿਆ ਹੋਇਆ ਪਰਮੇਸ਼ਵਰ ਹੈ। ਕਿਉਂਕਿ ਕਬੀਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੀ ਜੋ ਉਹਨਾਂ ਨੂੰ ਮੱਤ ਮਿਲੀ, ਜੋ ਉਹਨਾਂ ਨੂੰ ਸੋਝੀ ਆਈ, ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੀ ਉਚਾਰਨ ਕਰ ਦਿੱਤਾ ਕਿ ਕਬੀਰ ਰਾਮ ਕਹਿਨ ਮੈਂ ਭੇਦ ਹੈ। ਉਹਦੇ ਵਿੱਚ ਭੇਦ ਅੰਤਰ ਹੈ। ਤੇ ਜੇ ਆਪਾਂ ਸਮੇਂ ਦੀ ਵੀ ਗੱਲ ਕਰਾਂਗੇ ਤੇ ਰਾਜਾ ਰਾਮ ਕਦੋਂ ਹੋਏ ਨੇ ਤੇ ਜਿਹੜੇ ਧਰੂ ਤੇ ਪਹਿਰਲਾਦ ਹੋਏ ਉਹ ਕਦੋਂ ਹੋਏ ਨੇ। ਉਹ ਸਮਾਂ ਜੇ ਆਪਾਂ ਸਮੇਂ ਦੀ ਵੰਡ ਮੰਨ ਕੇ ਚੱਲੀਏ ਵੀ ਸਤਜੁਗ, ਤ੍ਰੇਤਾ, ਦੁਆਪਰ ਔਰ ਕਲਯੁਗ ਹੈ, ਤੇ ਫਿਰ ਸਤਜੁਗ ਵਿੱਚ ਕਿਹੜੇ ਰਾਮ ਦਾ ਨਾਮ ਸਿਮਰਿਆ ਗਿਆ, ਕਿਹੜੇ ਨਾਮ ਦਾ ਅਭਿਆਸ ਜਿਹੜਾ ਸੀ ਉਹ ਕੀਤਾ ਗਿਆ। ਇਹਦਾ ਮਤਲਬ ਰਾਮ ਦਾ ਮਤਲਬ ਰਮਿਆ ਹੋਇਆ, ਸਾਰੇ ਸੰਸਾਰ ਵਿੱਚ ਕਣ ਕਣ ਦੇ ਵਿੱਚ ਰਮਿਆ। ਜਿਹੜੀ ਮੱਤ ਭਗਤ ਜਿਨ੍ਹਾਂ ਦੇ ਕੋਲ ਸੀ ਉਹੀ ਮੱਤ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੁਸੀਂ ਲੈ ਕੇ ਹੋਕਾ ਦਿੱਤਾ ਵੀ ਇੱਕ ਪਰਮੇਸ਼ਵਰ ਦਾ ਨਾਮ ਜਪੋ। ਭੱਟ ਜੀ ਕਹਿੰਦੇ ਜੈ ਮਤ ਗਹੀ ਜੈ ਦੇਵਾ। ਜੈ ਮਤ, ਜਿਹੜੀ ਮਤ, ਜੈ ਦੇਵ ਜਿਹੜੇ ਭਗਤ ਹੋਏ ਨੇ, ਕਹਿਣ ਲੱਗੇ ਜੈ ਦੇਵ ਭਗਤ ਜੀ ਨੇ ਜਿਸ ਮਤ ਨੂੰ ਗਹੀ ਧਾਰਨ ਕੀਤਾ, ਗ੍ਰਹਿਣ ਕੀਤਾ। ਜੈ ਮਤ ਨਾਮੈ ਸਮਾਣੀ, ਔਰ ਜਿਹੜੀ ਮਤ ਨਾਮਦੇਵ ਜੀ ਵਿੱਚ ਸਮਾਈ ਹੋਈ ਹੈ। ਨਾਮਦੇਵ ਜੀ ਆਪਣੀ ਮਤ ਅਨੁਸਾਰ ਦੁਨੀਆ ਨੂੰ ਸਮਝਾਉਂਦੇ ਨੇ ਕਿ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਜਿਹੜਾ ਉਹ ਇਸ ਤਰ੍ਹਾਂ ਕਰੋ ਕਿ ਉਹਦਾ ਨਾਮ ਜਿਹੜਾ ਹੈ ਉਹ ਤੁਹਾਡੇ ਵਾਸਤੇ ਸੂਈ ਬਣ ਜਾਏ, ਔਰ ਤੁਹਾਡੀ ਸੁਰਤ ਜਿਹੜਾ ਹੈ ਉਹਦੇ ਵਾਸਤੇ ਧਾਗਾ ਬਣ ਜਾਏ। ਤੁਸੀਂ ਪਰਮਾਤਮਾ ਦੇ ਨਾਮ ਰੂਪੀ ਸੂਈ ਵਿੱਚ ਆਪਣੀ ਸੁਰਤ ਰੂਪੀ ਧਾਗੇ ਨੂੰ ਪਰੋ ਕੇ ਵੇਖੋ, ਤੁਹਾਡਾ ਚਿੱਤ ਨਿਰੰਕਾਰ ਨਾਲ ਜੁੜ ਜਾਏਗਾ।
ਹੁਣ ਸਾਨੂੰ ਤੇ ਜੁਗਤੀ ਜਿਹੜੀ ਸੀ ਉਹ ਦੱਸੀ ਗਈ ਵੀ ਮਿੱਟੀ ਨਾਲ ਕਿਵੇਂ ਜੁੜਨਾ, ਪੱਥਰ ਨਾਲ ਕਿਵੇਂ ਜੁੜਨਾ, ਪਾਣੀ ਨਾਲ ਕਿਵੇਂ ਜੁੜਨਾ, ਦਿਨਾਂ ਦੇ ਵਿੱਚ ਥਿਤ ਵਾਰ ਨਾਲ ਕਿਵੇਂ ਜੁੜਨਾ, ਇਸ ਤਰ੍ਹਾਂ ਦੱਸਿਆ। ਪਰ ਨਾਮਦੇਵ ਜੀ ਕਹਿੰਦੇ ਨਹੀਂ, ਸੋਇਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਨਾਮਦੇਵ ਜੀ ਕਹਿੰਦੇ ਜਿਹੜੀ ਸੋਇਨੇ ਦੀ ਸੂਈ ਭਾਵ ਜਿਹੜਾ ਉਹਦਾ ਨਾਮ ਹੈ, ਔਰ ਜਿਹੜਾ ਰੂਪੇ ਕਾ ਧਾਗਾ, ਜਿਹੜਾ ਚਾਂਦੀ ਦਾ ਧਾਗਾ ਭਾਵ ਸੁਰਤ ਹੈ, ਉਸ ਸੁਰਤ ਨੂੰ ਪਰਮਾਤਮਾ ਦੇ ਨਾਮ ਦੀ ਸੂਈ ਵਿੱਚ ਤੁਸੀਂ ਜਿਹੜਾ ਉਹ ਪਰੋ ਦਿਓ। ਉਹਦੇ ਨਾਲ ਕੀ ਹੋਏਗਾ? ਚਿੱਤ ਲੱਗ ਜਾਏਗਾ ਨਿਰੰਕਾਰ ਨਾਲ। ਹੁਣ ਔਖਾ ਕੀ ਹੈ? ਔਖਾ ਤੇ ਇਹ ਹੈ ਵੀ ਧਾਗਾ ਸੂਈ ਦੇ ਨੱਕੇ ਵਿੱਚ ਪਾਉਣਾ ਹੀ ਬੜਾ ਔਖਾ ਹੈ। ਨਜ਼ਰ ਘੱਟ ਹੋਵੇ ਨਾ, ਨਜ਼ਰ ਧੁੰਦਲੀ ਹੋਵੇ, ਘੱਟ ਹੋਵੇ, ਤਾਂ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਸੂਈ ਦੇ ਨੱਕੇ ਵਿੱਚ ਧਾਗਾ ਪਾਉਂਦਿਆਂ ਪਾਉਂਦਿਆਂ, ਕਿਉਂਕਿ ਧਾਗਾ ਪੈਂਦਾ ਹੀ ਨਹੀਂ, ਔਖਾ ਬੜਾ ਹੈ। ਨਜ਼ਰ ਧੁੰਦਲੀ ਹੈ, ਧੁੰਦਲਾ ਦਿਖਾਈ ਦੇ ਰਿਹਾ, ਉਹ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਮੈਂ ਇਸ ਸੂਈ ਦੇ ਨੱਕੇ ਵਿੱਚ ਧਾਗਾ ਪਾ ਦਿਆਂ, ਪਰ ਹਾਰ ਕੇ ਫਿਰ ਥੱਕ ਕੇ ਪਰੇਸ਼ਾਨ ਹੋ ਕੇ ਬਹਿ ਜਾਂਦਾ ਹੈ ਵੀ ਬੜਾ ਔਖਾ। ਸਾਡੇ ਵੀ ਮਨ ਉੱਤੇ ਵਿਕਾਰਾਂ ਦੀ ਧੂੜ ਜੰਮਣ ਨਾਲ ਧੁੰਦਲਾ ਦਿਖਾਈ ਦਿੰਦਾ ਹੈ। ਮਨ ਉੱਤੇ ਵਿਕਾਰਾਂ ਦੀ ਧੂੜ ਐਸੀ ਮਿੱਟੀ ਜੰਮੀ ਹੋਈ ਹੈ, ਧੁੰਦਲਾ ਦਿਖਾਈ ਦਿੰਦਾ ਹੈ। ਇਸ ਲਈ ਸ਼ਬਦ ਪਰਮਾਤਮਾ ਦੇ ਨਾਮ ਵਿੱਚ ਸੁਰਤ ਨੂੰ ਪਰੋਣਾ ਬੜਾ ਔਖਾ ਹੈ। ਨਾਮ ਰੂਪੀ ਸੂਈ ਵਿੱਚ ਸੁਰਤ ਰੂਪੀ ਧਾਗੇ ਨੂੰ ਪਾਉਣਾ ਬੜਾ ਔਖਾ ਹੈ। ਤਾਂ ਹੀ ਤੇ ਕਈ ਥੱਕ ਜਾਂਦੇ ਆ, ਕਈ ਜਿਹੜੇ ਨੇ ਉਹ ਅੱਕ ਜਾਂਦੇ ਨੇ, ਪਰੇਸ਼ਾਨ ਹੋ ਜਾਂਦੇ ਨੇ, ਕਹਿੰਦੇ ਕੀ ਕਰੀਏ, ਇੰਨੀ ਬਾਣੀ ਪੜ੍ਹਦੇ ਆ, ਸੁਰਤ ਨਹੀਂ ਲੱਗਦੀ ਸਾਡੀ, ਇੰਨੀ ਬਾਣੀ ਪੜ੍ਹਦੇ ਆ, ਇੰਨਾ ਅਭਿਆਸ ਕਰਦੇ ਆ, ਸਾਡਾ ਧਿਆਨ ਨਹੀਂ ਲੱਗਦਾ, ਸਾਡੇ ਅੰਦਰ ਦੇ ਫੁਰਨੇ ਹੀ ਨਹੀਂ ਮੁੱਕਦੇ, ਉਹ ਵੀ ਪਰੇਸ਼ਾਨ ਹੋ ਜਾਂਦੇ ਨੇ। ਅਸਲ ਵਿੱਚ ਇਹਨੂੰ ਬਾਹਰੋਂ ਥੋੜਾ ਮਹਿਸੂਸ ਕਰੋ ਵੀ ਜਿਹਦੀ ਨਜ਼ਰ ਵਿੱਚ ਧੁੰਦਲੀ ਹੋ ਗਈ, ਜਿਹਨੂੰ ਧੁੰਦਲਾ ਧੁੰਦਲਾ ਦਿਖਾਈ ਦਿੰਦਾ ਹੈ, ਨਜ਼ਰ ਕਮਜ਼ੋਰ ਹੋ ਗਈ, ਸਾਫ਼ ਦਿਖਾਈ ਨਹੀਂ ਦਿੰਦਾ, ਉਹ ਸੂਈ ਦੇ ਵਿੱਚ ਧਾਗਾ ਕਿਵੇਂ ਪਾਲੇਗਾ? ਬੜਾ ਔਖਾ ਹੈ। ਜਦੋਂ ਨਹੀਂ ਨਾ ਪੈਂਦਾ ਫਿਰ ਅਸੀਂ ਦੂਜੇ ਦਾ ਸਹਾਰਾ ਲੈ ਕੇ ਕਹਿੰਦੇ ਆ ਵੀ ਆਹ ਸੂਈ ਵਿੱਚ ਧਾਗਾ ਜਿਹੜਾ ਇਹ ਪਾ ਦੇ। ਸਾਡੇ ਕੋਲੋਂ ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਜਾਂਦਾ ਨਹੀਂ, ਅਸੀਂ ਫਿਰ ਦੂਜਿਆਂ ਦਾ ਸਹਾਰਾ ਲੈ ਕੇ ਜਿਹੜਾ ਉਹ ਚੱਲਦੇ ਆ ਵੀ ਤੂੰ ਮੇਰੇ ਨਾਮ ਦਾ ਆ ਪਾਠ ਕਰਾ ਦੇ, ਮੇਰੇ ਨਾਮ ਦਾ ਹਵਨ ਕਰਾ ਦੇ, ਮੇਰੇ ਨਾਮ ਦੀ ਪੂਜਾ ਕਰਾ ਦੇ। ਫਿਰ ਅਸੀਂ ਕਹਿੰਦੇ ਆ ਵੀ ਤੂੰ ਕਰਵਾ ਦੇ, ਮੇਰੇ ਕੋਲੋਂ ਨਹੀਂ ਹੋਣਾ। ਪਰ ਗੁਰਮਤ ਇਹ ਨਹੀਂ ਕਹਿੰਦੀ। ਗੁਰਮਤ ਕਹਿੰਦੀ ਹੈ ਵੀ ਤੈਨੂੰ ਆਪਣੇ ਜੀਵਨ ਦੀ ਕਮਾਈ ਆਪ ਕਰਨੀ ਪੈਣੀ ਹੈ। ਹੁਣ ਕੀ ਕਰੀਏ? ਥੋੜਾ ਧਿਆਨ ਲਾ ਕੇ ਸਮਝਿਓ। ਜਿਹਦੀ ਨਜ਼ਰ ਕਮਜ਼ੋਰ ਹੋ ਗਈ, ਧੁੰਦਲਾ ਦਿਖਾਈ ਦੇਣ ਲੱਗਾ, ਉਹਨੇ ਕੀ ਕੀਤਾ? ਡਾਕਟਰ ਕੋਲ ਜਾ ਕੇ ਨਜ਼ਰ ਚੈੱਕਅਪ ਕਰਵਾ ਕੇ ਤੇ ਐਨਕ ਲਵਾਈ ਤੇ ਸਾਫ਼ ਦਿਸਣ ਲੱਗ ਗਿਆ। ਬਜਾਏ ਕਿਸੇ ਦੂਸਰੇ ਦਾ ਸਹਾਰਾ ਲੈਣ ਦੇ ਬਜਾਏ ਉਹਨੇ ਕੀ ਕੀਤਾ? ਐਨਕ ਜਿਹੜੀ ਸੀ ਉਹ ਲਵਾ ਕੇ ਆਪਣੀ ਨਜ਼ਰ ਨੂੰ ਫਿਰ ਸਾਫ਼ ਕਰ ਲਿਆ। ਜਿਹੜਾ ਧੁੰਦਲਾਪਨ ਅੱਖਾਂ ਵਿੱਚ ਆਉਂਦਾ ਸੀ ਉਹਦੀ ਸਫਾਈ ਕਰਵਾ ਕੇ ਉਹਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਤਿਆਰ ਕਰ ਲਿਆ। ਹੁਣ ਬੜਾ ਸੋਹਣਾ ਸੂਈ ਵਿੱਚ ਧਾਗਾ ਪੈ ਜਾਂਦਾ ਹੈ, ਕਿਉਂਕਿ ਨਜ਼ਰ ਬਣਵਾ ਲਈ। ਇਸੇ ਤਰ੍ਹਾਂ ਮਨ ਕਰਕੇ ਆਪਾਂ ਇਹ ਨਹੀਂ ਕਿ ਮੇਰੇ ਨਾਮ ਦਾ ਪਾਠ ਤੂੰ ਕਰਦੇ, ਮੇਰੇ ਨਾਮ ਦਾ ਆ ਕਰਮ ਤੂੰ ਕਰਦੇ, ਨਹੀਂ। ਉਹਦੀ ਬਜਾਏ ਤੁਸੀਂ ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਲ ਆਓ ਤੇ ਆ ਕੇ ਕਹੋ ਮਹਾਰਾਜ ਜੀ ਅੰਦਰੋਂ ਮਨ ਧੁੰਦਲਾ ਹੈ, ਪਨ ਜਿਹੜਾ ਹੈ ਨਾ ਮਨ ਦੇ ਉੱਤੇ ਬਣਿਆ ਹੋਇਆ, ਮਨ ਦੀ ਨਜ਼ਰ ਕਮਜ਼ੋਰ ਹੈ, ਇਹ ਪਰਮਾਤਮਾ ਦੇ ਨਾਮ ਨਾਲ ਸੁਰਤ ਜੁੜ ਨਹੀਂ ਰਹੀ ਹੈ, ਸੂਈ ਵਿੱਚ ਧਾਗਾ ਪੈ ਨਹੀਂ ਰਿਹਾ ਹੈ। ਮਨ ਕਰਕੇ ਮੈਨੂੰ ਪਰਮੇਸ਼ਵਰ ਨਿਰੰਕਾਰ ਸੰਸਾਰ ਵਿੱਚ ਦਿਖਾਈ ਨਹੀਂ ਦੇ ਰਿਹਾ, ਕੁਦਰਤ ਵਿੱਚ ਮੈਨੂੰ ਕਾਦਰ ਦਿਖਾਈ ਨਹੀਂ ਦੇ ਰਿਹਾ। ਤੇ ਗੁਰੂ ਸਾਹਿਬ ਕਹਿਣ ਲੱਗੇ ਆ ਮੈਂ ਤੈਨੂੰ ਗੁਰਬਾਣੀ ਦੀ ਐਨਕ ਲਾ ਦਿਆਂ, ਤੈਨੂੰ ਗੁਰਬਾਣੀ ਦੀ ਰੋਸ਼ਨੀ ਦੇ ਦਿਆਂ, ਤੈਨੂੰ ਗੁਰਬਾਣੀ ਦਾ ਗਿਆਨ ਦੇ ਦਿਆਂ। ਤੂੰ ਗੁਰਬਾਣੀ ਦਾ ਗਿਆਨ, ਗੁਰਬਾਣੀ ਦੀ ਰੋਸ਼ਨੀ ਜਿਹੜੀ ਹੈ ਉਹ ਆਪਣੇ ਮਨ ਦੇ ਨਾਲ ਜੋੜ, ਤੇਰੇ ਮਨ ਦੀ ਨਜ਼ਰ ਪੂਰੀ ਹੋ ਜਾਏਗੀ।
ਆ ਮੈਂ ਤੈਨੂੰ ਗੁਰਬਾਣੀ ਦੀ ਰੋਸ਼ਨੀ, ਗੁਰਬਾਣੀ ਦੇ ਗਿਆਨ ਦੀਆਂ ਐਨਕਾਂ ਨਾਲ ਤੈਨੂੰ ਵਿਖਾਵਾਂ। ਗੁਰੇ ਦਿਖਾਇਓ ਲੋਇਨਾ। ਗੁਰੂ ਸਾਹਿਬ ਨੇ ਕਹਿੰਦੇ ਆ ਗਿਆਨ ਦੀਆਂ ਐਨਕਾਂ ਲਾ ਕੇ ਵਿਖਾਇਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਬਜਾਏ ਅਸੀਂ ਕਿਸੇ ਜੋਤਸ਼ੀ ਕੋਲ ਜਾਣ ਦੇ, ਬਜਾਏ ਕਿਸੇ ਡੇਰੇ ਤੇ ਜਾਣ ਦੇ, ਬਜਾਏ ਕਿਸੇ ਪਾਖੰਡੀ ਦੇ ਕੋਲ ਜਾਣ ਦੇ, ਬਜਾਏ ਕਿਸੇ ਫਲ ਫਰੂਟ ਦੇਣ ਵਾਲੇ, ਲਾਚੀਆਂ ਦੇਣ ਵਾਲੇ ਦੇ ਕੋਲ ਜਾਣ ਦੇ, ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਆਓ ਤੇ ਗੁਰੇ ਦਿਖਾਇਓ ਲੋਇਨਾ। ਇਤੈ ਉਤੈ ਘਟ 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 ਤੂੰ ਹੀ ਮੋਹੇ ਨਾ। ਕਿਉਂਕਿ ਗੁਰੂ ਸਾਹਿਬ ਨੇ ਗਿਆਨ ਦੀਆਂ ਅੱਖਾਂ ਦੇ ਦਿੱਤੀਆਂ, ਗਿਆਨ ਦੀ ਰੋਸ਼ਨੀ ਦੇ ਦਿੱਤੀ, ਗਿਆਨ ਦੀਆਂ ਐਨਕਾਂ ਦੇ ਦਿੱਤੀਆਂ ਵੀ ਆ ਆਪਣੇ ਮਨ ਉੱਤੇ ਲਾ। ਹੁਣ ਤੇਰੇ ਨਾਮ ਦੀ ਸੂਈ ਦੇ ਨੱਕੇ ਵਿੱਚ ਤੇਰੀ ਸੁਰਤ ਰੂਪੀ ਧਾਗਾ ਪਰੋਇਆ ਜਾਏਗਾ, ਤੇਰਾ ਚਿੱਤ ਆਪੇ ਹੀ ਲੱਗ ਜਾਣਾ। ਪਰ ਜਿਹੜੇ ਰਾਵਾਂ ਤੇ ਅਸੀਂ ਤੁਰੇ ਹਾਂ ਉਹ ਮਨਮਤ ਹੈ। ਇਹ ਗੁਰਮਤ ਦੇ ਰਾਹ ਉੱਤੇ ਤੁਰਿਆਂ ਖੇਡ ਬਣਨੀ ਹੈ, ਮਨਮਤ ਦੇ ਰਾਹ ਉੱਤੇ ਤੁਰਿਆਂ ਨਹੀਂ। ਕਿਉਂਕਿ ਮਨਮਤ ਦੇ ਰਾਹ ਉੱਤੇ ਤਾਂ ਕਰਮ ਕਾਂਡ ਤੋਂ ਸਿਵਾ ਹੋਰ ਹੈ ਹੀ ਕੁਛ ਨਹੀਂ। ਗੁਰਮਤ ਦੇ ਰਾਹ ਉੱਤੇ ਤੁਰਾਂਗੇ, ਗਿਆਨ ਦੀ ਐਨਕਾਂ ਮਿਲਣਗੀਆਂ ਜਿਹੜੀਆਂ ਮਨ ਤੇ ਲਾਵਾਂਗੇ ਤਾਂ ਫਿਰ ਸਾਨੂੰ ਸਮਝ ਆ ਜਾਏਗੀ। ਫਿਰ ਨਾਮਦੇਵ ਜੀ ਵਾਂਗੂ ਆਪਾਂ ਵੀ ਕਹਿ ਸਕਦੇ ਹਾਂ, ਸੋਇਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਸਾਡਾ ਵੀ ਚਿੱਤ ਹਰੀ ਨਾਲ ਲੱਗ ਜਾਏਗਾ। ਚਿੱਤ ਦਾ ਅਰਥ ਹੈ ਤੁਹਾਨੂੰ ਹਰ ਵੇਲੇ ਪਰਮਾਤਮਾ ਚੇਤੇ ਰਹਿ ਜਾਏਗਾ, ਹਰ ਵੇਲੇ ਚੇਤੇ ਆਉਂਦਾ ਰਹੇਗਾ। ਕਦੋਂ ਚਿੱਤ ਵਿੱਚ ਵਸ ਗਿਆ, ਜਿਹੜੀ ਗੱਲ ਚਿੱਤ ਵਿੱਚ ਵਸ ਗਈ ਉਹ ਚੇਤੇ ਹੀ ਆਉਂਦੀ ਰਹਿੰਦੀ ਹੈ, ਉਹ ਕਦੇ ਵਿਸਰਦੀ ਨਹੀਂ। ਉਹ ਤਾਂ ਸੁੱਤੇ ਪਿਆਂ ਵੀ ਚੇਤੇ ਆਉਂਦਾ ਰਹੇਗਾ ਜੇ ਚਿੱਤ ਵਿੱਚ ਕਿਤੇ ਵਸ ਜਾਏ। ਇਸ ਲਈ ਜਿਹੜੀ ਮੱਤ ਜੈਦੇਵ ਜੀ ਨੇ ਲਈ ਔਰ ਜਿਹੜੀ ਮੱਤ ਨਾਮਦੇਵ ਜੀ ਦੇ ਅੰਦਰ ਸਮਾਈ ਹੈ, ਜੈ ਮਤ ਗਹੀ ਜੈ ਦੇਵ, ਜੈ ਮਤ ਨਾਮੈ ਸਮਾਣੀ। ਜਿਹੜੀ ਮਤ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਮਦੇਵ ਜੀ ਦੇ ਅੰਦਰ ਸਮਾ ਗਈ ਹੈ। ਜੇ ਮਤ ਤ੍ਰਿਲੋਚਨ ਚਿਤ, ਭਗਤ ਗੰਭੀਰ ਹੈ ਜਾਣੀ। ਹੁਣ ਸਾਰਿਆਂ ਦੀ ਮਤ ਹੈ ਇੱਕੋ ਹੀ, ਪਰ ਜ਼ਿਕਰ ਕਰਨ ਦਾ ਢੰਗ ਤਰੀਕਾ ਦੇਖੋ ਕਿੰਨੇ ਕਮਾਲ ਦਾ ਹੈ। ਜੈਦੇਵ ਜੀ ਬਾਰੇ ਕਿਹਾ ਗਹੀ, ਗਹੀ ਦਾ ਅਰਥ ਹੈ ਪਕੜਨਾ, ਗ੍ਰਹਿਣ ਕਰਨਾ। ਔਰ ਨਾਮਦੇਵ ਜੀ ਬਾਰੇ ਕਹਿੰਦੇ ਉਹਨਾਂ ਅੰਦਰ ਮਤ ਸਮਾ ਗਈ। ਜੈ ਮਤ ਤ੍ਰਿਲੋਚਨ ਚਿੱਤ, ਤੇ ਜਿਹੜੀ ਮਤ ਭਗਤ ਤ੍ਰਿਲੋਚਨ ਜੀ ਦੇ ਚਿੱਤ ਵਿੱਚ ਹੈ, ਉਹਨਾਂ ਦੇ ਚਿੱਤ ਦੇ ਅੰਦਰ ਜੋ ਉਹਨਾਂ ਦੇ ਅੰਦਰ ਮਤ ਜਿਹੜੀ ਹੈ ਉਹ ਤ੍ਰਿਲੋਚਨ ਜੀ ਅੰਦਰ ਹੈ। ਭਗਤ ਤ੍ਰਿਲੋਚਨ ਜੀ ਦੀ ਵੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ। ਭਗਤ ਜੈਦੇਵ ਜੀ ਦਾ ਸ਼ਬਦ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ। ਭਗਤ ਕਬੀਰ ਹੈ ਜਾਣੀ, ਕਹਿੰਦੇ ਔਰ ਜਿਹੜੇ ਭਗਤ ਕਬੀਰ ਜੀ ਨੇ ਜਿਸ ਮਤ ਨੂੰ ਜਾਣੀ ਜਾਣਿਆ, ਕੱਕੇ ਦੇ ਉੱਪਰ ਟਿੱਪੀ ਲੱਗੀ ਹੈ, ਉਸ ਟਿੱਪੀ ਦਾ ਉਚਾਰਨ ਕਰਕੇ ਹੀ ਇਹਨੂੰ ਬੋਲਣਾ ਪਏਗਾ। ਨਾਮ ਕਬੀਰ ਜੀ ਦਾ ਹੀ ਹੈ, ਪਰ ਉੱਪਰ ਟਿੱਪੀ ਜਿਹੜੀ ਹੈ ਲੱਗੀ, ਉਹਦੀ ਆਵਾਜ਼ ਵੀ ਸਾਨੂੰ ਦੇਣੀ ਪਏਗੀ। ਭਗਤ ਕਬੀਰ ਜੀ ਨੇ ਜਿਸ ਮਤ ਨੂੰ ਜਾਣਿਆ ਹੈ, ਸਮਝਿਆ, ਉਹੀ ਮਤ ਉਹਨਾਂ ਨੇ ਦੁਨੀਆ ਨੂੰ ਦਿੱਤੀ। ਉਸ ਖਾਸ ਕਰਕੇ ਧਰਮੀ ਲੋਕਾਂ ਨੂੰ ਮਤ ਦਿੱਤੀ। ਜਿਹੜੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਚਾਰ ਵੰਡੀਆਂ ਪਾ ਕੇ ਬੈਠੇ ਹੋਏ ਸਨ, ਔਰ ਖਾਸ ਤੌਰ ਤੇ ਬ੍ਰਾਹਮਣ ਨੂੰ ਮਤ ਕਬੀਰ ਸਾਹਿਬ ਜੀ ਨੇ ਦਿੱਤੀ ਹੈ ਕਿ ਤੂੰ ਬ੍ਰਾਹਮਣ ਤਾਂ ਬਣ ਗਿਆ, ਪਰ ਤੈਨੂੰ ਬ੍ਰਹਮ ਦਾ ਗਿਆਨ ਤੇ ਹੈ ਨਹੀਂ, ਤੈਨੂੰ ਬ੍ਰਹਮ ਦੀ ਸੋਝੀ ਤਾਂ ਹੈ ਨਹੀਂ। ਤੂੰ ਤਾਂ ਇਨਸਾਨ ਨੂੰ ਵੀ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਇਨਸਾਨਾਂ ਅੰਦਰ ਤੂੰ ਨਫ਼ਰਤ ਪੈਦਾ ਕਰਕੇ ਰੱਖ ਦਿੱਤੀ। ਇਨਸਾਨ ਹੀ ਇਨਸਾਨ ਤੋਂ ਦੂਰ ਰਹਿਣ ਲੱਗ ਪਿਆ। ਇਨਸਾਨ ਹੀ ਇਨਸਾਨ ਦੀ ਸੇਵਾ ਵਿੱਚ ਮਾਲਕ ਨੇ ਦਿੱਤਾ ਸੀ ਕਿ ਇਨਸਾਨ ਇਨਸਾਨ ਦੀ ਸੇਵਾ ਵਿੱਚ ਲੱਗੇ, ਪਰ ਇਨਸਾਨ ਇਨਸਾਨ ਤੋਂ ਦੂਰ ਕਰਕੇ ਉਹਦੀਆਂ ਵੰਡੀਆਂ ਪਾ ਦਿੱਤੀਆਂ ਕਿ ਸ਼ੂਦਰ ਤੇ ਵੈਸ਼ ਨੇੜੇ ਨਹੀਂ ਆਉਣੇ ਚਾਹੀਦੇ।
ਇਹ ਨੀਵੀਂ ਜਾਤ ਵਾਲਿਆਂ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਨੀਵੀਂ ਜਾਤ ਵਾਲੇ ਜਿਹੜੇ ਨੇ ਨਾ ਸਾਡੇ ਇਸ਼ਨਾਨ ਵੇਲੇ ਦਿਸਣੇ ਚਾਹੀਦੇ ਆ, ਨਾ ਸਾਡੇ ਮੰਦਰ ਜਾਣ ਵੇਲੇ ਦਿਸਣੇ ਚਾਹੀਦੇ ਆ, ਤੇ ਨਾ ਸਾਡੇ ਚੌਂਕੇ ਵਿੱਚ ਇਹਨਾਂ ਦਾ ਪੈਰ ਪੈਣਾ ਚਾਹੀਦਾ, ਨਾ ਹੀ ਇਹਨਾਂ ਦਾ ਪਰਛਾਵਾਂ ਸਾਡੇ ਤੇ ਪੈਣਾ ਚਾਹੀਦਾ। ਇਹ ਮਤ ਦੇ ਕੇ ਵੰਡ ਦਿੱਤਾ 4 ਹਿੱਸਿਆਂ 'ਚ। ਪਰ ਕਬੀਰ ਸਾਹਿਬ ਜੀ ਨੇ ਜਿਹੜੀ ਜਾਣੀ ਸੀ ਮਤ, ਜਾਣੀ ਦਾ ਅਰਥ ਹੈ ਜਿਹਨੂੰ ਸਮਝਿਆ, ਜਿਸ ਮਤ ਨੂੰ ਕਬੀਰ ਜੀ ਨੇ ਸਮਝਿਆ, ਉਹਨਾਂ ਨੇ 4 ਜਿਹੜੇ ਵਰਨ ਸੀ ਉਹਨਾਂ ਨੂੰ ਇੱਕ ਕਰਨ ਦਾ ਯਤਨ ਕੀਤਾ, ਉਹਨਾਂ ਨੂੰ ਇਨਸਾਨੀਅਤ ਸਮਝਾਈ, ਉਹਨਾਂ ਨੂੰ ਇਕੱਠੇ ਕਰਕੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨਾਲ ਜੋੜਿਆ। ਦੁਨੀਆ ਵਿੱਚ ਜੋ ਕਰਮ ਕਾਂਡ ਪਾਖੰਡ ਹੋ ਰਿਹਾ ਸੀ ਉਹਦੇ ਨਾਲੋਂ ਤੋੜਿਆ ਕਿ ਕਬੀਰ ਹਰਿ ਕਾ ਸਿਮਰਨ ਛਾੜ ਕੈ ਆਹੋਈ ਰਾਖੈ ਨਾਰ, ਗਦਹੀ ਹੋਏ ਕੈ ਅਵਤਰੈ ਭਾਰ ਸਹੇ ਮਨ ਚਾਰ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਉਹਨਾਂ ਨੂੰ ਸਮਝਾਇਆ ਕਿ ਤੁਸੀਂ ਹਰੀ ਦੇ ਨਾਮ ਦਾ ਸਿਮਰਨ ਛੱਡ ਕੇ ਕਿਹੜੇ ਦੀਵੇ ਜਗਾਉਣ ਤੁਰ ਪਏ, ਹਰੀ ਦੇ ਨਾਮ ਦਾ ਸਿਮਰਨ ਛੱਡ ਕੇ ਤੁਸੀਂ ਕਿਹੜੇ ਵਰਤ ਰੱਖਣ ਤੁਰ ਪਏ, ਉਹਦੇ ਨਾਮ ਦਾ ਸਿਮਰਨ ਛੱਡ ਕੇ, ਉਹਦੇ ਨਾਮ ਦੀ ਆਰਤੀ ਛੱਡ ਕੇ, ਉਹਦੇ ਨਾਮ ਦਾ ਆਰਤਾ ਜਿਹੜਾ ਸੀ ਉਹ ਛੱਡ ਕੇ ਤੁਸੀਂ ਕਿਹੜੀ ਆਰਤੀ ਕਰਨ ਤੁਰ ਪਏ। ਕਬੀਰ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਜਿਸ ਮਤ ਨੂੰ ਜਾਣਿਆ ਉਹਨੂੰ ਦੂਜਿਆਂ ਨੂੰ ਜਨਾਉਣ ਦਾ ਯਤਨ ਕੀਤਾ ਗਿਆ ਕਿ ਤੁਸੀਂ ਆਪਣੀ ਆਪਣੀ ਮਤ ਨੂੰ ਛੱਡ ਕੇ ਇੱਕ ਮਤ ਦੇ ਧਾਰਨੀ ਬਣੋ। ਦੁਨੀਆ ਵਿੱਚ ਵੱਖ-ਵੱਖ ਥਾਂ ਤੇ ਜੁੜਨ ਦੀ ਬਜਾਏ ਇੱਕ ਨਾਲ ਜੁੜ ਜਾਓ। ਜਿਹਦੇ ਦਰ ਦਾ ਮੈਂ ਕੂਕਰ ਹਾਂ ਉਸੇ ਦਰ ਦੇ ਤੁਸੀਂ ਵੀ ਕੂਕਰ ਬਣ ਜਾਓ। ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਓ, ਗਲੇ ਹਮਾਰਾ ਜੇਵਰੀ ਜੈ ਖਿੰਚੈ ਤੈ ਜਾਓ। ਜਿਹੜੇ ਨਾਮ ਦਾ ਖਜ਼ਾਨਾ ਮੈਂ ਲੁੱਟਦਾ ਪਿਆ ਉਹ ਤੁਸੀਂ ਵੀ ਲੁੱਟ ਲਓ। ਜਿਹੜੀ ਮੱਤ ਮੈਨੂੰ ਮਿਲੀ ਹੈ, ਮੈਨੂੰ ਮੱਤ ਮਿਲੀ ਹੈ ਕਿ ਤੁਸੀਂ ਜੇ ਲੁੱਟਣਾ ਹੀ ਹੈ ਨਾ, ਫਿਰ ਰਾਮ ਦੇ ਨਾਮ ਦੀ ਲੁੱਟ ਹੈ, ਉਹ ਤੁਸੀਂ ਲੁੱਟੋ, ਉਹ ਖਜ਼ਾਨਾ ਇਕੱਠਾ ਕਰੋ। ਉਹਨੂੰ ਜਦੋਂ ਤੁਹਾਡੇ ਪ੍ਰਾਣ ਨਿਕਲ ਗਏ ਫਿਰ ਪਛਤਾਵੇ ਤੋਂ ਸਿਵਾ ਕੁਝ ਵੀ ਨਹੀਂ ਰਹਿ ਜਾਣਾ। ਰਾਮ ਸਿਮਰ ਪਛੋ ਤਾਹੇਗਾ ਮਨ, ਇਹ ਮਨ ਤੂੰ ਬਹੁਤ ਪਛਤਾਏਗਾ, ਹਜੇ ਸਮਾਂ ਹੈ। ਇਹ ਮਤ ਛੱਡ ਔਰ ਆ ਮਤ ਲੈ ਕੇ ਰਾਮ ਸਿਮਰ, ਉਸ ਪਰਮੇਸ਼ਵਰ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ। ਜਿਹੜਾ ਅਸੀਂ ਪੜ੍ਹ ਸੁਣ ਰਹੇ ਹਾਂ, ਵਿਚਾਰ ਰਹੇ ਹਾਂ, ਉਹਦੇ ਵਿੱਚੋਂ ਕੁਝ ਨਹੀਂ ਮਿਲਣਾ। ਇੱਕ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰਾਂਗੇ ਤਾਂ ਕਾਰਜ। ਭਗਤ ਜਨ ਕੀ ਕਹਿੰਦੇ ਨੇ? ਭਗਤ ਜਨ ਕਹਿੰਦੇ ਪਏ ਨੇ ਕਿ ਜੇ ਤੁਸੀਂ ਕਾਰਜ ਰਾਸ ਕਰਨੇ ਨੇ ਤਾਂ ਉਹਦੀ ਬੰਦਗੀ ਕਰੋ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤੇ। ਜੇ ਤੁਸੀਂ ਉਹਦੇ ਨਾਮ ਦੀ ਬੰਦਗੀ ਕਰੋਗੇ, ਭਗਤੀ ਕਰੋਗੇ, ਉਹਦੇ ਨਾਮ ਦਾ ਭਜਨ ਕਰੋਗੇ ਤਾਂ ਤੁਹਾਡੇ ਕਾਰਜ ਪੂਰੇ ਹੋਣੇ ਆ। ਪਰ ਸਾਨੂੰ ਤਾਂ ਮੱਤ ਦਿੱਤੀ ਗਈ ਵੀ ਆਹ ਦਿਨ ਆਹ ਕੰਮ ਕਰੋਗੇ ਤੇ ਤਾਂ ਕਾਰਜ ਪੂਰਾ ਹੋਣਾ, ਇਸ ਦਿਨ ਤੁਸੀਂ ਆਹ ਕੰਮ ਕਰੋਗੇ ਤਾਂ ਕਾਰਜ ਪੂਰਾ ਹੋਣਾ। ਪਰ ਭਗਤ ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਤੇਰੀ ਬੰਦਗੀ ਕਰਦੇ ਨੇ ਉਹਨਾਂ ਦੇ ਤੂੰ ਕਾਰਜ ਆਪ ਸਵਾਰਦਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਲਈ ਜਿਹੜੀ ਮਤ ਭਗਤ ਤਰਲੋਚਨ ਜੀ ਦੇ ਚਿੱਤ ਵਿੱਚ ਵਸ ਗਈ ਔਰ ਜਿਹੜੀ ਮਤ ਭਗਤ ਕੰਬੀਰ ਰਹਿ ਜਾਣੀ, ਕਬੀਰ ਜੀ ਨੇ ਜਾਣੀ ਹੈ। ਭੱਟ ਜੀ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੀ ਮਤ ਵੀ ਤਾਂ ਉਹੀ ਹੈ। ਤੁਸੀਂ ਕੀ ਕੀਤਾ? ਗੋਇੰਦਵਾਲ ਸਾਹਿਬ ਤੁਸੀਂ ਸਾਰੇ ਧਰਮ ਦੇ ਲੋਕ, ਜਾਤ ਪਾਤ ਦੇ ਲੋਕ ਇਕੱਠੇ ਕਰਕੇ ਪਹਿਲੇ ਪੰਗਤ, ਪਾਤਸ਼ਾਹ ਸੰਗਤ, ਫਿਰ ਰੰਗਤ ਵਾਲੀ ਰੀਤ ਤੋਰ ਦਿੱਤੀ ਤੇ ਪਹਿਲਾਂ ਸਾਰੇ ਪੰਗਤ ਵਿੱਚ ਆ ਕੇ ਬੈਠੋ। ਅਮੀਰੀ ਗਰੀਬੀ ਊਚ ਨੀਚਤਾ ਦਾ ਮਤ ਭੇਦ ਖਤਮ ਕਰ ਦਿਓ। ਪੰਗਤ ਵਿੱਚ ਸਾਰੇ ਬਰਾਬਰ ਬੈਠਣ। ਇੱਕ ਪੰਗਤ ਵਿੱਚ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਗਰੀਬ, ਅਮੀਰ, ਰਾਜਾ, ਮਹਾਰਾਜਾ, ਫਕੀਰ, ਸਾਰੇ ਇੱਕ ਪੰਗਤ ਵਿੱਚ ਆ ਕੇ ਬਰਾਬਰ ਬੈਠੋ। ਗੋਡੇ ਦੇ ਨਾਲ ਗੋਡਾ ਜੋੜ ਕੇ ਬੈਠੋ। ਕੋਈ ਮਨ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਰਹਿ ਹੀ ਨਾ ਜਾਏ।
ਤੇ ਰੌਲਾ ਪੈ ਗਿਆ ਸੀ ਕਿ ਗੁਰੂ ਅਮਰਦਾਸ ਜੀ ਨੇ ਨਵੀਂ ਰੀਤ ਤੋਰਤੀ, ਪਹਿਲੇ ਪੰਗਤ ਪਾਛੈ ਸੰਗਤ। ਤੇ ਫੈਸਲਾ ਜਦੋਂ ਕੀਤਾ ਗਿਆ ਤੇ ਸੱਚ ਦਾ ਫੈਸਲਾ ਸਾਹਮਣੇ ਆਇਆ ਕਿ ਜਦ ਪ੍ਰਮਾਤਮਾ ਨੇ ਬਣਾਉਣ ਲੱਗਿਆਂ ਫਰਕ ਨਹੀਂ ਰੱਖਿਆ, ਜਦੋਂ ਪਰਮਾਤਮਾ ਨੇ ਸਾਰੇ ਜੀਅ ਬਣਾਉਣ ਲੱਗਿਆਂ ਕੋਈ ਮਤ ਭੇਦ ਨਹੀਂ ਰੱਖਿਆ, ਫਿਰ ਅਸੀਂ ਕਿਉਂ ਮਤ ਭੇਦ ਰੱਖਦੇ ਹਾਂ? ਜਦ ਪਰਮਾਤਮਾ ਨੇ ਜਨਮ ਦੇਣ ਲੱਗਿਆਂ ਵੰਡੀਆਂ ਨਹੀਂ ਪਾਈਆਂ, ਮੱਥੇ ਤੇ ਸਟੈਂਪ ਮੋਹਰ ਲਾ ਕੇ ਨਹੀਂ ਭੇਜਿਆ, ਫਿਰ ਅਸੀਂ ਆਪਣੀ ਆਪਣੀ ਮੋਹਰ ਕਿਉਂ ਲਾ ਰਹੇ ਹਾਂ? ਸਾਡਾ ਤੇ ਦੁਖਾਂਤ ਇਹ ਹੈ ਕਿ ਜੋ ਗੁਰਮਤ ਵਿੱਚੋਂ ਆਪਾਂ ਸਮਝਣਾ ਸੀ ਨਾ, ਹਜੇ ਤੱਕ ਅਸੀਂ ਉਸ ਗੁਰਮਤ ਨੂੰ ਵੀ ਨਹੀਂ ਸਮਝ ਸਕੇ। ਇਹ ਸਾਡਾ ਦੁਖਾਂਤ ਹੈ। ਬਹੁਤ ਐਸੀਆਂ ਥਾਵਾਂ ਨੇ ਜਿੱਥੋਂ ਖਬਰ ਆਉਂਦੀ ਹੈ ਕਿ ਅੰਮ੍ਰਿਤ ਦਾ ਵੀ ਵਿਤਕਰਾ ਕੀਤਾ ਜਾਂਦਾ ਹੈ, ਕਿ ਆ ਜਿਹੜੇ ਨੇ ਨੀਵੀਂ ਜਾਤ ਵਾਲੇ ਨੇ, ਇਹ ਉੱਚੀ ਜਾਤ ਵਾਲੇ ਨੇ, ਇਸ ਲਈ ਨੀਵੀਂ ਜਾਤ ਵਾਲਿਆਂ ਨੂੰ ਅੰਮ੍ਰਿਤ ਵੱਖਰਾ ਛਕਾਇਆ ਜਾਏਗਾ ਤੇ ਉੱਚੀ ਜਾਤ ਵਾਲ ਜਦ ਅੰਮ੍ਰਿਤ ਦਾ ਬਾਟਾ ਖੰਡੇ ਦੀ ਪੌਲ ਗੁਰੂ ਸਾਹਿਬ ਜੀ ਤਿਆਰ ਕਰਦੇ ਆ, ਤੇ ਜਿਹੜੇ 5 ਪਿਆਰੇ ਵੱਖਰੇ ਵੱਖਰੇ ਥਾਵਾਂ ਤੋਂ ਚੁਣੇ ਗਏ ਨੇ, ਉਹ ਕਿਉਂ ਚੁਣੇ ਗਏ ਸੀ? ਇਸੇ ਲਈ ਚੁਣੇ ਗਏ ਸੀ ਵੀ ਜਾਤ ਪਾਤ ਖਤਮ ਹੋ ਜਾਏ, ਵਿਤਕਰੇ ਖਤਮ ਹੋ ਜਾਣ। ਪਰ ਅੱਜ ਵੀ ਇੰਨੀ ਪੜ੍ਹੀ ਲਿਖੀ ਦੁਨੀਆ ਦੇ ਵਿੱਚ ਵੀ ਅਸੀਂ ਅੱਜ ਵੀ ਵੰਡੀਆਂ ਪਾ ਕੇ ਔਰ ਬੈਠੇ ਵੀ ਕਿਹਦੇ ਨਾਮ ਤੇ ਆ? ਜੋ ਸਾਨੂੰ ਇਹ ਖੰਡੇ ਦੀ ਪਹੁਲ ਦਿੱਤੀ ਮਹਾਰਾਜ ਨੇ ਇੱਕ ਕਰਨ ਵਾਸਤੇ, ਅਸੀਂ ਉਹਦੇ ਨਾਮ ਤੇ ਹੀ ਵੰਡੀਆਂ ਪਾਤੀਆਂ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਅੰਦਰੋਂ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਵਾਲਾ ਸਬਕ ਸਿਖਾਉਂਦੀ ਹੈ, ਅਸੀਂ ਉਸੇ ਗੁਰਬਾਣੀ ਨਾਲ ਜੁੜ ਕੇ ਫਿਰ ਵੀ ਵੰਡੇ ਹੋਏ। ਬਹੁਤ ਨੇ ਐਸੇ ਅੱਜ ਵੀ ਇਲਾਕੇ ਜਿੱਥੇ ਅਸੀਂ ਗੁਰੂ ਦੇ ਨਾਮ ਤੇ ਵੀ ਇਹ ਮਤ ਭੇਦ ਜਾਤ ਪਾਤ ਦਾ ਬਣਾ ਕੇ ਬੈਠੇ ਹੋਏ ਆ, ਵਿਤਕਰੇ ਬਣਾ ਕਰਕੇ ਬੈਠੇ ਹੋਏ ਆ। ਇਹਦਾ ਮਤਲਬ ਅਸੀਂ ਹਜੇ ਗੁਰੂ ਦੀ ਮਤ ਧਾਰਨ ਨਹੀਂ ਕੀਤੀ। ਰੌਲਾ ਪੈ ਗਿਆ ਵੀ ਗੋਇੰਦਵਾਲ ਸਾਹਿਬ ਵਿਸਾਖੀ ਦੇ ਪੁਰਬ ਤੇ ਸਾਰੇ ਇਕੱਠੇ ਕਰ ਦਿੱਤੇ, ਪੰਗਤ ਵਿੱਚ ਬਿਠਾ ਦਿੱਤੇ, ਪਰ ਜਦੋਂ ਸੱਚ ਤੇ ਝੂਠ ਦਾ ਫੈਸਲਾ ਹੋਇਆ ਤੇ ਫੈਸਲਾ ਗੁਰੂ ਅਮਰਦਾਸ ਜੀ ਦੇ ਹੱਕ ਵਿੱਚ ਹੋਇਆ, ਕਿਉਂਕਿ ਇੱਥੇ ਸਾਰਿਆਂ ਨੂੰ ਇਨਸਾਨ ਸਮਝਿਆ ਜਾਂਦਾ ਹੈ, ਕਿਸੇ ਨੂੰ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਨਹੀਂ। ਇੱਥੇ ਮਾਨਸ ਦੀ ਜਾਤ ਦੇਖੀ ਜਾਂਦੀ ਹੈ, ਇੱਥੇ ਧਰਮ ਦੇ ਨਾਮ ਤੇ ਵੰਡੀਆਂ ਜੜੀਆਂ ਪਾਈਆਂ ਉਹ ਨਹੀਂ, ਗਰੀਬੀ ਅਮੀਰੀ ਦਾ ਫਰਕ ਨਹੀਂ। ਕਦੇ ਜੋੜੇ ਘਰ ਵਿੱਚ ਜਿਹੜੇ ਆਏ ਆ ਆਪਾਂ, ਗੁਰੂ ਘਰ ਜਿੰਨੇ ਵੀ ਆਏ ਆ, ਕਦੀ ਜੋੜੇ ਘਰ ਜੋੜੇ ਜਦੋਂ ਤੁਸੀਂ ਉਤਾਰੇ ਤੇ ਉਹਨਾਂ ਨੇ ਪੁੱਛਿਆ ਤੁਹਾਨੂੰ ਵੀ ਤੁਸੀਂ ਗਰੀਬ ਹੋ ਕਿ ਅਮੀਰ ਹੋ? ਜਦੋਂ ਤੁਸੀਂ ਜੋੜੇ ਘਰ ਜੋੜੇ ਉਤਾਰੇ ਨੇ, ਅੱਗੋਂ ਹੱਥ ਜੋੜ ਕੇ ਸੇਵਾਦਾਰ ਖਲੋਤੇ ਨੇ ਵੀ ਲਿਆਓ ਜੀ ਜੋੜੇ ਲਿਆਓ, ਕਦੀ ਉਹਨਾਂ ਪੁੱਛਿਆ ਤੂੰ ਕਿਹੜੀ ਜਾਤ ਬਰਾਦਰੀ ਦਾ ਹੈ? ਕਦੇ ਉਹਨਾਂ ਪੁੱਛਿਆ ਕਿ ਤੂੰ ਵਪਾਰੀ ਹੈ ਕਿ ਦਿਹਾੜੀਦਾਰ ਹੈ? ਕਦੇ ਉਹਨਾਂ ਪੁੱਛਿਆ ਕਿ ਤੂੰ ਗਰੀਬ ਹੈ ਕਿ ਅਮੀਰ ਹੈ? ਨਹੀਂ, ਉਹਨਾਂ ਨੇ ਦੇਖਿਆ ਇਹ ਗੁਰੂ ਨਾਨਕ ਸਾਹਿਬ ਦੇ ਘਰ ਆਇਆ, ਉੱਥੇ ਅਮੀਰੀ ਗਰੀਬੀ ਜਾਤ ਪਾਤ ਬਰਾਦਰੀਆਂ ਨਹੀਂ ਵੇਖੀਆਂ ਜਾਂਦੀਆਂ, ਉੱਥੇ ਤਾਂ ਦੇਖਿਆ ਜਾਂਦਾ ਵੀ ਗੁਰੂ ਘਰ ਦਾ ਗੁਰੂ ਕਾ ਸਿੱਖ ਆਇਆ ਹੈ, ਤੇ ਉੱਥੇ ਜੁੱਤੀਆਂ ਵੀ ਨਹੀਂ ਹੁੰਦੀਆਂ, ਉੱਥੇ ਜੋੜੇ ਹੁੰਦੇ ਨੇ। ਇਸ ਲਈ ਅਸੀਂ ਜੋੜੇ ਘਰ ਤੋਂ ਹੀ ਵੇਖ ਲਈਏ, ਉੱਥੇ ਹੀ ਸਾਡੀ ਮਤ ਇੱਕ ਹੋ ਜਾਂਦੀ ਹੈ, ਉੱਥੇ ਵਿਤਕਰੇ ਖਤਮ ਹੋ ਜਾਂਦੇ ਨੇ, ਉੱਥੇ ਜਾਤ ਪਾਤ ਊਚ ਨੀਚਤਾ ਸਭ ਇੱਕ ਬਰਾਬਰ ਹੋ ਜਾਂਦੀ ਹੈ। ਤੇ ਫਿਰ ਅਸੀਂ ਜਦੋਂ ਗੁਰੂ ਘਰ ਵਿੱਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣਾ, ਤੇ ਇੱਥੇ ਵੀ ਸਾਡੀ ਮਤ ਇੱਕ ਹੋਣੀ ਚਾਹੀਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀਓ, ਜਿਹੜੀ ਮਤ ਤ੍ਰਿਲੋਚਨ ਜੀ ਦੇ ਚਿੱਤ ਵਿੱਚ ਵਸ ਗਈ, ਔਰ ਭਗਤ ਕਬੀਰ ਹੈ ਕੰਬੀਰ ਹੈ ਜਾਣੀ, ਔਰ ਜਿਹੜੀ ਭਗਤ ਕਬੀਰ ਜੀ ਨੇ ਜਿਸ ਮਤ ਨੂੰ ਜਾਣਦਿਆਂ ਧਾਰਨ ਕੀਤਾ। ਰੁਕ ਮੰਗਤ ਕਰਤੂਤ ਆਰਾਮ ਜੰਪਹੁ ਨਿਤ ਭਾਈ। ਇਹਨਾਂ ਤੋਂ ਇਲਾਵਾ ਰੁਕ ਮੰਗਤ ਇੱਕ ਧਰਮੀ ਰਾਜਾ ਹੋਇਆ। ਕਹਿਣ ਲੱਗੇ ਇਹ ਧਰਮੀ ਰਾਜਾ, ਇਹਦਾ ਕਰਤੂਤ ਦਾ ਅਰਥ ਗੁਰਬਾਣੀ ਵਿੱਚ ਆਇਆ ਕੰਮ, ਇਹਦੇ ਜਿਹੜੇ ਕੰਮ ਸੀ। ਕਹਿੰਦੇ ਜਿਹੜਾ ਧਰਮੀ ਰਾਜਾ ਹੋਇਆ ਨਾ, ਇਹਦਾ ਕੰਮ ਸੀ ਕਿ ਰਾਮ ਜਪਉ ਨਿਤ ਭਾਈ। ਇਹ ਆਪ ਵੀ ਜਪਦਾ ਸੀ, ਰਾਮ ਦਾ ਅਰਥ ਕੀਤਾ ਰਮਿਆ ਹੋਇਆ, ਅਕਾਲ ਪੁਰਖ ਪਰਮੇਸ਼ਵਰ।
ਇਹ ਆਪ ਵੀ ਧਰਮੀ ਰਾਜਾ ਬਣ ਕੇ ਦੇਖੋ, ਰਾਜਾ ਧਰਮੀ ਹੋਣਾ ਬੜਾ ਔਖਾ ਹੈ। ਸਾਨੂੰ ਜ਼ਰੂਰਤ ਹੈ ਅੱਜ ਕਿ ਰਾਜਾ ਧਰਮੀ ਹੋਣਾ ਚਾਹੀਦਾ ਹੈ, ਕਿਉਂਕਿ ਜੇ ਰਾਜਾ ਧਰਮੀ ਨਹੀਂ ਹੋਏਗਾ ਤੇ ਕਸਾਈ ਹੋਏਗਾ, ਤੇ ਜਿਹੜਾ ਰਾਜਾ ਕਸਾਈ ਹੋਏਗਾ ਉਹ ਫਿਰ ਕਰਮ ਚੰਗੇ ਥੋੜੀ ਕਰੇਗਾ, ਉਹ ਤੇ ਮਾੜੇ ਕਰਮ ਕਰੇਗਾ। ਤੇ ਜਿਹੜਾ ਆਪ ਮਾੜੇ ਕਰਮ ਕਰੇਗਾ ਉਹ ਦੂਜਿਆਂ ਤੋਂ ਚੰਗੀ ਆਸ ਕਿਵੇਂ ਰੱਖ ਸਕਦਾ ਹੈ? ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਕਹਿਣ ਲੱਗੇ ਰਾਜੇ ਜਿਹੜੇ ਨੇ ਇਹ ਆਪ ਜੇ ਧਰਮੀ ਨਹੀਂ ਹੋਏਗਾ ਰਾਜਾ ਤੇ ਉਹ ਪਾਪ ਕਮਾਏਗਾ, ਤੇ ਜੇ ਰਾਜਾ ਪਾਪ ਕਮਾਏਗਾ ਤੇ ਪ੍ਰਜਾ ਕਿੱਥੋਂ ਦੇ ਚੰਗੇ ਕੰਮ ਕਰੇਗੀ? ਫਿਰ ਪ੍ਰਜਾ ਵੀ ਪਾਪ ਕਮਾਏਗੀ। ਜੇ ਰਾਜਾ ਆਪ ਨਸ਼ੇ ਵਿੱਚ ਧੁੱਤ ਹੋਏਗਾ ਤੇ ਉਹਦੀ ਪ੍ਰਜਾ ਨਸ਼ੇ ਤੋਂ ਰਹਿਤ ਹੋ ਸਕਦੀ ਹੈ? ਕਦੇ ਨਹੀਂ ਹੋ ਸਕਦੀ। ਰਾਜੇ ਨੂੰ ਨਸ਼ੇ ਤੋਂ ਮੁਕਤ ਹੋਣਾ ਪਏਗਾ ਤਾਂ ਉਹਦੀ ਪ੍ਰਜਾ ਨਸ਼ੇ ਤੋਂ ਮੁਕਤ ਹੋ ਸਕਦੀ ਹੈ। ਲੋੜ ਹੈ ਸੰਸਾਰ ਵਿੱਚ ਧਰਮੀ ਰਾਜੇ ਦੀ, ਜਿਹੜਾ ਧਰਮ ਦੀ ਦੁਨੀਆ ਵਿੱਚ ਕਦਮ ਰੱਖ ਕੇ ਆਪਣਾ ਵੀ ਜੀਵਨ ਸਵਾਰੇ ਤੇ ਦੂਜਿਆਂ ਦਾ ਵੀ ਸਵਾਰੇ। ਨਹੀਂ ਤਾਂ ਹਾਲਾਤ ਕੀ ਨੇ? ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ, ਕਹਿ ਚੜਿਆ। ਆ ਹੈ ਦੁਨਿਆਵੀ ਰਾਜੇ ਦੀ ਹਾਲਤ। ਪਰ ਇਹ ਜਿਹੜਾ ਰਾਜਾ ਇਹ ਧਰਮੀ ਹੋਇਆ, ਰੁਕ ਮੰਗਦ, ਇਹ ਧਰਮੀ ਰਾਜਾ ਕੀ ਕਰਦਾ ਸੀ? ਇਹਦੇ ਕੰਮ ਕੀ ਸੀ? ਇਹ ਦੁਨੀਆ ਨੂੰ ਹੋਕਾ ਦੇ ਦੇ ਕੇ ਕਹਿੰਦਾ ਹੁੰਦਾ ਸੀ, ਰਾਮ ਜੰਪੋ ਨਿਤ ਭਾਈ। ਹੇ ਮੇਰੇ ਭਾਈ, ਹੇ ਮੇਰੇ ਭਰਾਵੋ, ਨਿਤ ਉੱਠ ਕੇ ਨਾਮ ਜਪਿਆ ਕਰੋ। ਕਿਉਂਕਿ ਆਪ ਜਪਦਾ ਸੀ, ਆਪ ਧਰਮੀ ਬਣ ਕੇ ਧਰਮ ਮਰਿਆਦਾ ਵਿੱਚ ਰਹਿ ਕੇ ਤੇ ਉਸ ਪਰਮੇਸ਼ਵਰ ਦੇ ਨਾਮ ਰੰਗ ਵਿੱਚ, ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਨਾਮ ਆਇਆ, ਤਾਂ ਹੀ ਇਹਦਾ ਜ਼ਿਕਰ ਕੀਤਾ। ਇਹਦਾ ਹਵਾਲਾ ਭੱਟ ਜੀ ਦੇ ਰਹੇ ਨੇ। ਕਹਿੰਦੇ ਇਹ ਧਰਮੀ ਰਾਜਾ ਆਪ ਵੀ ਜੁੜਦਾ ਸੀ ਤੇ ਦੁਨੀਆ ਨੂੰ ਵੀ ਕਹਿੰਦਾ ਸੀ ਵੀ ਭਾਈ ਨਾਮ ਜਪਿਆ ਕਰੋ, ਐਵੇਂ ਵਹਿਮ ਭਰਮ ਚ ਨਾ ਪਿਆ ਕਰੋ, ਕਰਮ ਕਾਂਡ ਵਿੱਚ ਨਾ ਪਿਆ ਕਰੋ। ਜੇ ਕੁਝ ਕਰਨਾ ਤੇ ਉਹਦੇ ਨਾਮ ਦੀ ਕਮਾਈ ਕਰਿਆ ਕਰੋ। ਜਿਹੜੀ ਮੱਤ ਕਹਿੰਦੇ ਆ ਇਸ ਰੁਕਮ ਮੰਗਦ ਧਰਮੀ ਰਾਜੇ ਨੇ ਲੈ ਕੇ ਦੁਨੀਆ ਨੂੰ ਨਾਮ ਜਪਾਇਆ ਹੈ, ਤੇ ਗੁਰਬਾਣੀ ਵਿੱਚ ਵੀ ਤਾਂ ਇਹੀ ਸਾਨੂੰ ਸਮਝਾਇਆ ਗਿਆ ਕਿ ਆਪ ਜਪੋ ਅਵਰਹ ਨਾਮ ਜਪਾਵੋ। ਆਪ ਵੀ ਜੁੜ ਜਾਓ ਤੇ ਹੋਰਾਂ ਨੂੰ ਵੀ ਜੋੜੋ। ਆਪ ਵੀ ਗੁਰਮਤ ਦੇ ਧਾਰਨੀ ਬਣੋ ਤੇ ਦੂਜਿਆਂ ਨੂੰ ਵੀ ਬਣਾਓ। ਆਪ ਵੀ ਗੁਰੂ ਘਰ ਆਓ ਤੇ ਦੂਜਿਆਂ ਨੂੰ ਵੀ ਜੋੜੋ। ਇਹੀ ਹੈ ਸਾਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਕਹਿੰਦੇ ਜਿਸ ਤਰ੍ਹਾਂ ਰੁਕਮਾਂਗਦ ਇਸ ਧਰਮੀ ਰਾਜੇ ਨੇ ਕੰਮ ਕੀਤਾ, ਇਹ ਆਪ ਵੀ ਜੁੜਿਆ ਤੇ ਦੁਨੀਆ ਨੂੰ ਵੀ ਕਹਿੰਦਾ ਸੀ ਵੀ ਭਰਾਵੋ, ਹੇ ਮੇਰੇ ਭਾਈ, ਨਾਮ ਪਰਮਾਤਮਾ ਦਾ ਜਪਿਆ ਕਰੋ। ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਇਸੇ ਤਰ੍ਹਾਂ ਕਹਿੰਦੇ ਇੱਕ ਭਗਤ ਰਿਸ਼ੀ ਅਮਰੀਕ ਹੋਇਆ, ਉਹਨੇ ਵੀ ਗੋਬਿੰਦ ਦੀ ਸ਼ਰਨ ਵਿੱਚ, ਪਰਮੇਸ਼ਵਰ ਦੀ ਸ਼ਰਨ ਵਿੱਚ ਆ ਕੇ ਉਹਦੇ ਨਾਮ ਦੀ ਕਮਾਈ ਕਰਕੇ ਗਤ ਪਾਈ, ਆਪਣੀ ਆਤਮਿਕ ਅਵਸਥਾ ਨੂੰ ਉੱਚਾ ਕੀਤਾ। ਗਤ ਕਹਿੰਦੇ ਗਤੀ। ਉਹਨੇ ਵੀ ਆਪਣੀ ਗਤੀ ਜਿਹੜੀ ਸੀ ਕਰ ਲਈ, ਭਾਵ 3 ਗੁਣਾ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਨੂੰ ਪ੍ਰਾਪਤ ਕੀਤਾ। ਪਹਿਰਲਾਦ ਭਗਤ ਜਿਹੜਾ ਹੋਇਆ, ਉਸ ਭਗਤ ਪਹਿਰਲਾਦ ਨੇ ਔਰ ਇਸ ਭਗਤ ਅਮਰੀਕ ਨੇ ਸ਼ਰਨ ਗੋਬਿੰਦ, ਸ਼ਰਨ ਦੇ ਨਾਣੇ ਨੂੰ ਸਿਹਾਰੀ ਸ਼ਰਨ ਵਿੱਚ। ਕਿਹਦੀ ਸ਼ਰਨ ਵਿੱਚ? ਗੋਬਿੰਦ। ਗੋਬਿੰਦ ਦਾ ਅਰਥ ਹੁੰਦਾ ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ, ਉਹਨਾਂ ਦੀ ਸੰਭਾਲ ਕਰਨ ਵਾਲਾ। ਉਸ ਗੋਬਿੰਦ ਦੀ ਸ਼ਰਨ ਦੇ ਵਿੱਚ ਆ ਕੇ ਪਹਿਰਲਾਦ ਅਮਰੀਕ ਵਰਗੇ ਜਿਹੜੇ ਨੇ ਗਤ ਪਾਈ, ਇਹਨਾਂ ਨੇ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਕਰ ਲਈ। ਇਹਨਾਂ ਦੀ ਵੀ ਗਤੀ ਹੋ ਗਈ, ਇਹਨਾਂ ਦਾ ਵੀ ਕਲਿਆਣ ਹੋ ਗਿਆ, ਇਹਨਾਂ ਦਾ ਵੀ ਭਲਾ ਹੋ ਗਿਆ। ਤੇ ਪਹਿਰਲਾਦ ਬਾਰੇ ਤੇ ਆਪਾਂ ਰੋਜ਼ ਸੁਣਦੇ ਹੀ ਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਰਲਾਦ ਤਰਾਇਆ। ਕਹਿੰਦੇ ਜਿਸ ਤਰ੍ਹਾਂ ਪਹਿਰਲਾਦ ਭਗਤ ਨੇ, ਅਮਰੀਕ ਵਰਗੇ ਨੇ ਗੋਬਿੰਦ ਦੀ ਸ਼ਰਨ ਵਿੱਚ ਆ ਕੇ ਉਹਦੇ ਨਾਮ ਦਾ ਅਭਿਆਸ ਕਰਕੇ ਆਪਣਾ ਕਲਿਆਣ ਕਰ ਲਿਆ, ਆਪਣੀ ਆਤਮਿਕ ਅਵਸਥਾ ਉੱਚੀ ਕਰ ਲਈ, 3 ਗੁਣਾ ਤੋਂ ਉੱਪਰ ਉੱਠ ਕੇ ਮੋਹ ਮਾਇਆ ਤੋਂ ਨਿਰਲੇਪ ਹੋ
ਗਏ ਹਨ। ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਸਾਰਿਆਂ ਦੀ ਗੱਲ ਕਰਦਿਆਂ, ਕਿਉਂਕਿ ਇਹ ਸਵਈਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਨੇ, ਕਿ ਗੁਰੂ ਅਮਰਦਾਸ ਜੀ ਜਦੋਂ ਤੁਹਾਡਾ ਜੀਵਨ ਵੇਖਿਆ, ਜਦੋਂ ਤੁਸੀਂ ਚਵਰ ਛਤਰ ਤਖਤ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ ਘਰ ਦੇ ਬਣੇ, ਤਾਂ ਫਿਰ ਤੁਹਾਨੂੰ ਜਦੋਂ ਵੇਖਿਆ ਤੇ ਫਿਰ ਸਮਝ ਆਈ ਕਿ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਲੋਭ ਨੂੰ, ਕ੍ਰੋਧ ਨੂੰ, ਤ੍ਰਿਸ਼ਨਾ ਨੂੰ ਛੱਡ ਕੇ, ਤਿਆਗ ਕੇ, ਸੋ ਮਤ ਜਲ ਜਾਣੀ ਜੁਗਤ। ਜਲ ਦਾ ਅਰਥ ਹੈ ਭੱਟ ਜਲਪ। ਭੱਟ ਜਲਪ ਜੀ ਕਹਿੰਦੇ ਨੇ ਉਸ ਮਤ ਨੂੰ ਤੁਸੀਂ ਵੀ ਧਾਰਨ ਕਰਕੇ ਜਾਣੀ ਜੁਗਤ। ਜੁਗਤ ਦੇ ਤੱਤੇ ਨੂੰ ਸਿਹਾਰੀ ਜੁਗਤੀ, ਤੁਸੀਂ ਵੀ ਉਹ ਜੁਗਤੀ ਨੂੰ ਜਾਣ ਲਿਆ, ਕਿਉਂਕਿ ਤੁਹਾਡਾ ਤਨ ਉੱਤੇ ਬੜੇਪਾ ਆਇਆ, ਤੁਹਾਨੂੰ ਹਜੇ ਤੱਕ ਉਹ ਜੁਗਤੀ ਸਮਝ ਨਹੀਂ ਸੀ ਆਈ। ਤਾਂ ਹੀ ਤੇ ਬਾਹਰ ਗੰਗਾ ਦੀ ਯਾਤਰਾ ਹੁੰਦੀ ਸੀ, ਬਾਹਰ ਦੀਆਂ ਯਾਤਰਾਵਾਂ ਸੀ। ਪਰ ਜਿੱਦਣ ਗੁਰੂ ਨਾਨਕ ਸਾਹਿਬ ਦੇ ਘਰ ਆਏ, ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਆਏ, ਤੁਸੀਂ ਵੀ ਉਸ ਮਤ ਨੂੰ ਧਾਰਨ ਕੀਤਾ, ਔਰ ਮਤ ਨੂੰ ਧਾਰਨ ਕਰਕੇ ਉਹ ਜੁਗਤੀ ਤੁਸੀਂ ਸਮਝ ਲਈ, ਤੇ ਜਿਹਨੇ ਜੁਗਤੀ ਸਮਝ ਲਈ ਉਹ ਨਿਰੰਕਾਰ ਵਿੱਚ ਅਭੇਦ ਹੋ ਗਿਆ। ਅਸੀਂ ਵੀ ਤੇ ਉਹੀ ਜੁਗਤੀ ਸਮਝਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚੋਂ, ਤੇ ਉਹ ਜੁਗਤੀ ਸਾਨੂੰ ਕਿਸੇ ਅਧੂਰੇ ਨੇ ਨਹੀਂ ਦੱਸਣੀ, ਉਹ ਜੁਗਤੀ ਪੂਰੇ ਗੁਰੂ ਦੇ ਦੁਆਰਾ ਸਾਨੂੰ ਮਿਲਣੀ ਹੈ। ਤੇ ਜੁਗਤੀ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਸਾਨੂੰ ਉਹ ਜੁਗਤੀ, ਉਹ ਤਰੀਕਾ ਚਾਹੀਦਾ ਨਿਰੰਕਾਰ ਨਾਲ ਜੁੜਨ ਦਾ। ਜੋੜਨ ਵਾਲੇ ਤਾਂ ਬੜੇ ਬੈਠੇ ਨੇ, ਕੋਈ ਪੂਰਬ ਨੂੰ ਮੂੰਹ ਕਰਵਾ ਕੇ, ਕੋਈ ਪੱਛਮ ਨੂੰ ਮੂੰਹ ਕਰਵਾ ਕੇ ਜੋੜਨ ਵਾਲੇ ਤਾਂ ਬੜੇ ਬੈਠੇ ਨੇ। ਕੋਈ ਕਿਸੇ ਤਰ੍ਹਾਂ ਦਾ ਕਰਮ ਕਰਵਾ ਕੇ, ਕੋਈ ਕਿਸੇ ਤਰ੍ਹਾਂ ਦਾ ਕਰਮ ਕਰਵਾ ਕੇ ਬੜੇ ਨੇ ਜੋੜਨ ਵਾਲੇ ਬੈਠੇ। ਪਰ ਗੁਰੂ ਸਾਹਿਬ ਜੀ, ਤੁਸੀਂ ਜਿਹੜੀ ਗੁਰੂ ਨੇ ਮੱਤ ਦਿੱਤੀ ਉਹਨੂੰ ਧਾਰਨ ਕਰਕੇ ਉਸ ਜੁਗਤੀ ਨੂੰ ਜਾਣਿਆ, ਉਸ ਜੁਗਤੀ ਨੂੰ ਸਮਝਿਆ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਸ ਤਰ੍ਹਾਂ ਤੁਸੀਂ ਵੀ ਗੋਬਿੰਦ ਵਿੱਚ ਲੀਨ ਹੋ ਗਏ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਉਸੇ ਮਤ ਨੂੰ ਧਾਰਨ ਕਰਕੇ ਉਹ ਜੁਗਤੀ ਜਿਹੜੀ ਤੁਸੀਂ ਸਮਝ ਲਈ, ਗੁਰੂ ਅਮਰਦਾਸ ਜੀ ਉਹੀ ਜੁਗਤੀ ਤੁਸੀਂ ਦੂਜਿਆਂ ਨੂੰ ਦੱਸ ਰਹੇ ਹੋ। ਉਹੀ ਗੁਰਮਤ ਦੀ ਸਿੱਖਿਆ ਤੁਸੀਂ ਦੂਜਿਆਂ ਨੂੰ ਦੇ ਰਹੇ ਹੋ ਵੀ ਮਨ ਮਤ ਛੱਡ ਦਿਓ। ਇਸ ਮਨ ਮਤ ਦੇ ਵਿੱਚ ਚੱਲਦਿਆਂ ਤੁਹਾਨੂੰ ਮੰਜ਼ਲ ਨਹੀਂ ਮਿਲੇਗੀ। ਮਨ ਮਤ ਦਾ ਮਤਲਬ ਹੈ ਪਾਣੀ ਨੂੰ ਰਿੜਕਣਾ, ਰਿੜਕੀ ਜਾਓ, ਪਾਣੀ ਚੋਂ ਕੀ ਮਿਲਣਾ? ਕੁਝ ਵੀ ਨਹੀਂ। ਗੁਰਮਤ ਕਹਿੰਦੀ ਹੈ ਤੂੰ ਦੁੱਧ ਵਿੱਚ ਮਧਾਣੀ ਪਾ ਕੇ ਰਿੜਕੇਗਾ ਤਾਂ ਤੈਨੂੰ ਮੱਖਣ ਮਿਲੇਗਾ, ਤੈਨੂੰ ਤੱਤ ਦੀ ਪ੍ਰਾਪਤੀ ਹੋਏਗੀ। ਗੁਰਮਤ ਦੁੱਧ ਹੈ ਜਿਹਦੇ ਵਿੱਚ ਅਸੀਂ ਆਪਣੀ ਮਤ ਨੂੰ ਪਾ ਕੇ ਰਿੜਕਣਾ ਤੇ ਜਿਹਦੇ ਵਿੱਚੋਂ ਤੱਤ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਇਸ ਲਈ ਗੁਰੂ ਅਮਰਦਾਸ ਜੀ ਜੋ ਪਹਿਲੀਆਂ ਯਾਤਰਾਵਾਂ ਤੁਹਾਡੀਆਂ ਸਨ ਉਹਨੂੰ ਛੱਡ ਕੇ ਤੁਸੀਂ ਉਹ ਮਤ ਗੁਰੂ ਸਾਹਿਬ ਕੋਲ ਆ ਕੇ ਲਈ ਔਰ ਉਸ ਜੁਗਤੀ ਨੂੰ ਜਾਣਿਆ, ਔਰ ਜਾਣ ਕੇ ਉਹੀ ਜੁਗਤੀ ਤੁਸੀਂ ਸਿੱਖ ਸੰਗਤਾਂ ਦੇ ਵਿੱਚ ਵੰਡ ਰਹੇ ਹੋ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵ ਮੁਕਤ। ਭੱਟ ਜਲਪ ਜੀ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਜੀ ਤੁਸੀਂ ਪਰਮੇਸ਼ਵਰ ਦੇ ਨਿਜ ਭਗਤ ਹੋ, ਜਾਂ ਪਰਮੇਸ਼ਵਰ ਜੀ ਤੁਹਾਡਾ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੇ ਪਰਮ ਪਿਆਰੇ ਭਗਤ ਨੇ। ਤੁਹਾਡੇ ਵਿੱਚ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਵਿੱਚ ਕੋਈ ਅੰਤਰ ਨਹੀਂ। ਅੱਗੇ ਜ਼ਿਕਰ ਆਏਗਾ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਸ ਲਈ ਗੁਰੂ ਅਮਰਦਾਸ ਜੀ ਨਿਜ ਭਗਤ ਕਿਹਦੇ? ਅਕਾਲ ਪੁਰਖ ਪਰਮੇਸ਼ਵਰ ਦੇ ਭਗਤੀ ਵਿੱਚ ਲੀਨ ਹੋਣ ਵਾਲੇ ਹੋ। ਦੇਖ ਦਰਸ ਪਾਵੋ ਮੁਕਤ। ਜਿਹੜਾ ਗੁਰੂ ਅਮਰਦਾਸ ਜੀ ਤੁਹਾਡੇ ਦਰਸ਼ਨ ਕਰਦਾ ਉਹ ਵਿਕਾਰਾਂ ਤੋਂ ਮੁਕਤੀ ਪਾ ਜਾਂਦਾ ਹੈ, ਉਹ ਦੁੱਖਾਂ ਤੋਂ ਮੁਕਤੀ ਪਾ ਜਾਂਦਾ ਹੈ, ਉਹ ਇਸ ਸੰਸਾਰ ਦੇ ਜੰਮਣ ਮਰਨ ਤੋਂ ਮੁਕਤੀ ਪਾ ਜਾਂਦਾ ਹੈ। ਦੋ ਅਰਥ ਇਹਦੇ ਆਪਾਂ ਇੱਥੇ ਕਰਾਂਗੇ।
ਦੇਖ ਦਰਸ ਪਾਵੋ ਮੁਕਤ। ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਹੈ, ਤੁਹਾਡੇ ਦਰਸ਼ਨ ਦੇਖ ਲੈਂਦਾ ਹੈ, ਉਹ ਮੁਕਤ ਪਾ ਲੈਂਦਾ ਹੈ। ਦੂਸਰੇ ਅਰਥ ਗੁਰੂ ਅਮਰਦਾਸ ਜੀ ਜਿਨ੍ਹਾਂ ਵੱਲ ਤੁਸੀਂ ਆਪਣੀ ਰਹਿਮਤ ਭਰੀ ਨਜ਼ਰ ਨਾਲ ਵੇਖਦੇ ਹੋ, ਜਿਨ੍ਹਾਂ ਵੱਲ ਤੁਸੀਂ ਆਪਣੀ ਰਹਿਮਤ ਭਰੀ ਨਜ਼ਰ ਨਾਲ ਵੇਖਦੇ ਹੋ, ਪਾਵੋ ਮੁਕਤ। ਉਹ ਮੁਕਤੀ ਪਾ ਜਾਂਦਾ ਹੈ ਦੁੱਖਾਂ ਤੋਂ, ਰੋਗਾਂ ਤੋਂ, ਕਲੇਸ਼ਾਂ ਤੋਂ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਜਿਹਦੇ ਵੱਲ ਤੁਸੀਂ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਕਰਦੇ ਹੋ। ਆਇਆ ਸੀ ਨਾ ਭਾਈ ਪ੍ਰੇਮਾ, ਰਿੜਦਾ ਰਿੜਦਾ ਆਇਆ ਸੀ, ਕਿਉਂਕਿ ਤਨ ਉਤੇ ਕੋੜ ਦਾ ਰੋਗ ਸੀ, ਮਾਸ ਵੀ ਗਲ ਚੁੱਕਾ ਹੈ ਤੇ ਸਰੀਰ ਵੀ ਕੰਮ ਨਹੀਂ ਕਰਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦਾ ਪਤਾ ਲੱਗਾ ਤੇ ਗਾਉਂਦਾ ਆਉਂਦਾ ਸੀ ਕਿ ਮੇਰਾ ਗਿਆ ਕਛੋਟਾ ਲੱਦਾ ਜੀ, ਮੇਰਾ ਗਿਆ ਕਛੋਟਾ ਲੱਦਾ। ਵੀ ਜੋ ਮੇਰਾ ਇਹ ਤਨ ਚਲਾ ਗਿਆ ਨਾ ਰੋਗ ਵਿੱਚ, ਗਰਸਿਆ ਗਿਆ ਹੈ, ਤੇ ਜੇ ਇਹਨੂੰ ਕੋਈ ਨਵਾਂ ਨਰੋਵਾ ਕਰ ਸਕਦਾ ਹੈ ਤੇ ਗੁਰੂ ਅਮਰਦਾਸ ਜੀ। ਜੇ ਕੋਈ ਨਵਾਂ ਨਰੋਵਾ ਕਰ ਸਕਦਾ ਹੈ ਤੇ ਉਹ ਗੋਇੰਦਵਾਲ ਸਾਹਿਬ ਪਵਿੱਤਰ ਅਸਥਾਨ ਜਿੱਥੇ ਗੁਰੂ ਅਮਰਦਾਸ ਜੀ ਵਸਦੇ ਨੇ, ਰਿੜਦਾ ਰਿੜਦਾ ਆ ਗਿਆ। ਬਾਹਰ ਬੈਠਾ ਹੋਇਆ ਬਸ ਗਾਈ ਜਾਂਦਾ ਹੈ, ਸੰਗਤਾਂ ਆਉਣ ਜਾਣ ਵਾਲੀਆਂ ਸੁਣ ਕੇ ਬੜਾ ਖੁਸ਼ ਹੁੰਦੀਆਂ ਨੇ, ਵੀ ਬੜੇ ਪਿਆਰ ਨਾਲ ਗਾਉਂਦਾ ਹੈ, ਪਰ ਮੱਖੀਆਂ ਵੀ ਜਿਹੜੀਆਂ ਨੇ ਉਹ ਢੇਰ ਲੱਗਾ ਪਿਆ ਤਨ ਤੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਰੀਰ ਤੇ ਮਾੜਾ ਜਿਹਾ ਜ਼ਖਮ ਹੋ ਜਾਏ ਤੇ ਕਿੱਦਾਂ ਮੱਖੀਆਂ ਆਉਂਦੀਆਂ ਨੇ, ਤੇ ਜਿਹਦੇ ਤਨ ਤੇ ਸਾਰੀ ਚਮੜੀ ਤੇ ਰੋਗ ਹੋਵੇ, ਮੱਖੀਆਂ ਦਾ ਢੇਰ ਲੱਗਾ ਸੀ, ਪਰ ਗਾਉਂਦਾ ਬੜੇ ਦਿਲੋਂ ਸੀ ਵੀ ਮੇਰਾ ਗਿਆ ਕਛੋਟਾ ਲੱਦਾ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬਾਹਰ ਇੱਕ ਤਨ ਦਾ ਕੋੜ, ਜਿਹੜਾ ਤਨ ਉਤੇ ਕੋੜ ਹੈ ਤੇ ਬੈਠਾ ਇਹ ਗਾਈ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਸਾਹਿਬ ਕਹਿੰਦੇ ਇਹਦਾ ਇਸ਼ਨਾਨ ਕਰਵਾ ਕੇ ਬਸਤਰ ਵਿੱਚ ਲਪੇਟ ਕੇ ਉਹਨੂੰ ਲੈ ਕੇ ਆਓ। ਤੇ ਜਦੋਂ ਕਹਿੰਦੇ ਉਹਦਾ ਇਸ਼ਨਾਨ ਕਰਵਾ ਕੇ ਗੁਰੂ ਅਮਰਦਾਸ ਜੀ ਦੇ ਸਨਮੁਖ ਲਿਆਂਦਾ ਤੇ ਕੀ ਹੋਇਆ, ਦੇਖ ਦਰਸ ਪਾਵੋ ਮੁਕਤ। ਕਹਿੰਦੇ ਬਿਲਕੁਲ ਨਵਾਂ ਨਰੋਵਾ ਹੋਵਾ, ਮੇਰਾ ਸਤਿਗੁਰ ਰਖਵਾਲਾ ਹੋਵਾ। ਸਤਿਗੁਰੂ ਜੀ ਰਖਵਾਲਾ ਬਣ ਕੇ ਐਸੀ ਮਿਹਰ ਕਿਰਪਾ ਕੀਤੀ, ਕਹਿੰਦੇ ਨੇ ਮੁਕਤ ਹੋ ਗਿਆ, ਉਸ ਰੋਗ ਤੋਂ ਮੁਕਤੀ ਮਿਲ ਗਈ। ਗੁਰੂ ਸਾਹਿਬ ਸਿਰਫ ਤਨ ਨਹੀਂ, ਮਨ ਔਰ ਤਨ ਦੋਵਾਂ ਦੇ ਰੋਗ ਤੋਂ ਮੁਕਤੀ ਦਿਵਾ ਦਿੰਦੇ ਨੇ, ਵਿਕਾਰਾਂ ਦੀ ਮੈਲ ਤੋਂ ਮੁਕਤੀ ਮਿਲ ਜਾਂਦੀ ਹੈ। ਪਰ ਜੇ ਕਿਤੇ ਗੁਰੂ ਸਾਹਿਬ ਜੀ ਦੀ ਰਹਿਮਤ ਭਰੀ ਦ੍ਰਿਸ਼ਟੀ ਸਾਡੇ ਤੇ ਹੋ ਜਾਏ, ਰਹਿਮਤ ਭਰੀ ਨਜ਼ਰ ਕਿਤੇ ਸਾਡੇ ਤੇ ਪੈ ਜਾਏ, ਤਾਂ ਗੁਰੂ ਸਾਹਿਬ ਜੀ ਦੀ ਰਹਿਮਤ ਭਰੀ ਨਜ਼ਰ ਨਾਲ ਅਸੀਂ ਸਦਾ ਲਈ ਮੁਕਤ ਹੋ ਸਕਦੇ ਹਾਂ। ਇਹਦਾ ਮਤਲਬ ਸਾਡਾ ਗੁਰਦੁਆਰੇ ਆਉਣ ਦਾ ਮਕਸਦ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀਰਤਨ ਸੁਣਦਿਆਂ, ਕਥਾ ਵਿਚਾਰ ਸੁਣਦਿਆਂ, ਪਾਠ ਗੁਰਬਾਣੀ ਦਾ ਸੁਣਦਿਆਂ ਕਿਤੇ ਤੁਹਾਡੀ ਰਹਿਮਤ ਭਰੀ ਦ੍ਰਿਸ਼ਟੀ ਸਾਡੇ ਤੇ ਪੈ ਜਾਏ, ਰਹਿਮਤ ਭਰੀ ਨਜ਼ਰ ਕਿਤੇ ਤੁਹਾਡੀ ਸਾਡੇ ਤੇ ਪੈ ਜਾਏ, ਅਸੀਂ ਵੀ ਸਦਾ ਲਈ ਤਨ ਮਨ ਕਰਕੇ ਮੁਕਤ ਹੋ ਜਾਈਏ। ਜਿਹੜੀ ਜੁਗਤੀ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਣੀ ਔਰ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਭਗਤ ਜਿਹੜੇ ਸੀ ਉਹ ਬਣ ਗਏ, ਭਗਤੀ ਦੇ ਰੰਗ ਵਿੱਚ ਤੁਸੀਂ ਰੰਗੇ ਗਏ। ਹੁਣ ਦੇਖ ਦਰਸ ਪਾਵੋ ਮੁਕਤ, ਜਿਹਦੇ ਵੱਲ ਤੁਸੀਂ ਦੇਖਦੇ ਹੋ, ਆਪਣੀ ਰਹਿਮਤ ਭਰੀ ਦ੍ਰਿਸ਼ਟੀ ਕਰਦੇ ਹੋ, ਉਹ ਸਦਾ ਲਈ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਗੁਰ ਅਮਰਦਾਸ ਪਰਤੀਐ, ਪੋਹਮ ਪਾਤਕ ਬਿਨਾਸ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ, ਇੰਨਾ ਉੱਚਾ ਮਹਾਨ ਤੁਹਾਡਾ ਜੀਵਨ ਹੈ, ਇੰਨੀਆਂ ਬਖਸ਼ਿਸ਼ਾਂ ਦੇ ਨਾਲ ਭਰਿਆ ਹੋਇਆ ਤੁਹਾਡਾ ਜੀਵਨ ਹੈ, ਇੰਨੇ ਗੁਣ ਤੁਹਾਡੇ ਅੰਦਰ ਭਰਪੂਰ ਨੇ ਕਿ ਤੁਸੀਂ ਆਪ ਨਿਰੰਕਾਰ ਦਾ ਰੂਪ ਹੋ ਗਏ ਹੋ। ਇਸ ਲਈ ਗੁਰੂ ਅਮਰਦਾਸ ਪਰਸੀਐ, ਗੁਰੂ ਦੇ ਰਾਰੇ ਨੂੰ ਵੀ ਔਂਕੜ ਲੱਗੀ ਹੈ। ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਪਰਸਿਆ, ਤੁਹਾਡੇ ਚਰਨਾਂ ਨੂੰ ਪਰਸਨ ਦੇ ਨਾਲ ਕੀ ਹੁੰਦਾ ਹੈ? ਕਹਿਣ ਲੱਗੇ ਪੋਹਮ ਪਾਤਕ ਬਿਨਾਸੈ ਹੈ। ਪੋਹਮ ਦਾ ਅਰਥ ਹੁੰਦਾ ਹੈ ਧਰਤੀ। ਇਸ ਧਰਤੀ ਦੇ ਉੱਤੇ ਜਿੰਨੇ ਵੀ, ਪਾਤਕ ਦਾ ਅਰਥ ਹੁੰਦਾ ਪਾਪ,
ਪਾਪ ਕਰਨ ਵਾਲੇ ਜਿੰਨੇ ਵੀ ਇਹ ਜੀਵ ਨੇ, ਜੇ ਕਿਤੇ ਦੇਖ ਦਰਸ ਤੁਸੀਂ ਉਹਨਾਂ ਵੱਲ ਆਪਣੀ ਰਹਿਮਤ ਭਰੀ ਨਜ਼ਰ ਨਾਲ ਵੇਖ ਲਓ ਤੇ ਜਾਂ ਉਹ ਤੁਹਾਡੇ ਚਰਨਾਂ ਨੂੰ ਆ ਕੇ ਪਰਸ ਲੈਣ ਤਾਂ ਮਹਾਰਾਜ ਜੀ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ। ਇੰਨਾ ਉੱਚਾ ਮਹਾਨ ਜੀਵਨ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ ਕਿ ਜੇ ਤੁਹਾਡੇ ਚਰਨਾਂ ਵਿੱਚ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਪਾਪ ਕਰਨ ਵਾਲੇ ਪਾਪੀ ਨੇ, ਜੇ ਕਿਤੇ ਗੁਰ ਅਮਰਦਾਸ ਪਰਸੀ ਹੈ, ਤੁਹਾਡੇ ਚਰਨਾਂ ਨੂੰ ਆ ਕੇ ਪਰਸ ਲੈਣ, ਤੁਹਾਡੇ ਚਰਨਾਂ ਨੂੰ ਆ ਕੇ ਛੂਹ ਲੈਣ ਤਾਂ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ। ਜਾਂ ਇਦਾਂ ਕਹਿ ਲਓ ਕਿ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਪਰਸਣਾ ਚਾਹੀਦਾ ਹੈ, ਤੁਹਾਡੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ, ਤੁਹਾਡੇ ਚਰਨਾਂ ਦੇ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਚਰਨਾਂ ਨੂੰ ਪਰਸਣ ਲਈ ਤਾਂ ਸਿੱਧ ਸਾਧਕ ਆਸਾਸ ਹੈ, ਉਹ ਵੀ ਇੱਛੁਕ ਨੇ। ਬੜੇ ਬੜੇ ਸਿੱਧ ਜਿਹੜੇ ਕਹਿੰਦੇ ਅਸੀਂ ਸਿੱਧੀਆਂ ਪ੍ਰਾਪਤ ਕਰ ਲਈਆਂ, ਬੜੇ ਬੜੇ ਸਾਧਨਾਵਾਂ ਕਰਨ ਵਾਲੇ ਜਿਹੜੇ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਸਾਧਨਾਵਾਂ ਕਰ ਰਹੇ ਨੇ, ਬੜੇ ਬੜੇ ਜੋਗੀ ਜਿਹੜੇ ਯੋਗ ਸਾਧਨਾਵਾਂ ਵਿੱਚ ਜੁੜੇ ਹੋਏ ਨੇ, ਕਹਿੰਦੇ ਜਿਹੜੇ ਸਿੱਧ ਸਾਧਕ ਨੇ ਉਹ ਵੀ ਆਸਾਸ ਹੈ, ਉਹ ਵੀ ਆਪਣੇ ਅੰਦਰ ਆਸ ਇੱਛਾ ਜਿਹੜੀ ਹੈ ਉਹ ਰੱਖਦੇ ਨੇ ਕਿ ਕਿਤੇ ਸਾਨੂੰ ਵੀ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਚਰਨਾਂ ਨੂੰ ਪਰਸਣਾ ਆ ਜਾਵੇ, ਤੁਹਾਡੇ ਚਰਨਾਂ ਵਿੱਚ ਜੁੜਨਾ ਆ ਜਾਵੇ, ਸਾਨੂੰ ਵੀ ਕਿਤੇ ਉਹ ਜੁਗਤੀ ਮਿਲ ਜਾਏ। ਕਿਉਂਕਿ ਸਿੱਧ ਸਾਧਕ ਆਪਣੀ ਆਪਣੀ ਜੁਗਤੀਆਂ ਲੈ ਕੇ ਚੱਲ ਰਹੇ ਨੇ, ਪਰ ਉਹਨਾਂ ਦੀ ਜੁਗਤੀ ਨਾ ਕਾਮਯਾਬ ਹੈ, ਕਾਮਯਾਬੀ ਨਹੀਂ ਮਿਲਦੀ ਉੱਥੇ। ਉਹਨਾਂ ਦੀ ਜੁਗਤੀ ਕੀ ਹੈ? ਗ੍ਰਸਤ ਤਿਆਗ ਦਿਓ। ਉਹਨਾਂ ਦੀ ਜੁਗਤੀ ਕੀ ਹੈ? ਸੰਸਾਰ ਤੋਂ ਵੱਖਰੇ ਹੋ ਜਾਓ। ਉਹਨਾਂ ਦੀ ਜੁਗਤੀ ਕੀ ਹੈ? ਕੰਨਾਂ 'ਚ ਮੁੰਦਰਾਂ ਪਾ ਲਓ। ਉਹਨਾਂ ਦੀ ਜੁਗਤੀ ਕੀ ਹੈ ਕਿ ਤਨ ਉੱਤੇ ਵਿਭੂਤੀ ਮਲ ਲਓ। ਇੱਕ ਪਾਸੇ ਗ੍ਰਸਤ ਤਿਆਗ ਦਿਓ, ਸੰਸਾਰ ਤੋਂ ਵੱਖਰੇ ਹੋ ਜਾਓ, ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਪਾ ਲਓ, ਤਨ ਉੱਤੇ ਵਿਭੂਤੀ ਮਲ ਲਓ, ਤੇ ਜੇ ਭੁੱਖ ਲੱਗੇ ਤੇ ਮੁੜ ਕੇ ਫਿਰ ਗ੍ਰਸਤੀਆਂ ਦੇ ਦਰਵਾਜ਼ੇ ਤੇ ਮੰਗਣ ਵਾਸਤੇ ਜਾਓ। ਆਹ ਜੁਗਤੀ ਉਹਨਾਂ ਨੇ ਦੱਸੀ ਹੈ, ਪਰ ਕਹਿੰਦੇ ਨੇ ਜਿਹੜੇ ਆਹ ਜੁਗਤੀਆਂ ਵਾਲੇ ਸਨ ਉਹ ਵੀ ਫੇਲ ਹੋ ਗਏ, ਉਹ ਵੀ ਕਾਮਯਾਬ ਨਾ ਹੋ ਸਕੇ। ਇਸ ਲਈ ਬੜੇ ਬੜੇ ਸਿੱਧ ਸਾਧਕ ਵੀ ਲੋਚਦੇ ਨੇ, ਚਾਹੁੰਦੇ ਨੇ ਕਿ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਚਰਨਾਂ ਨੂੰ ਪਰਸਣਾ ਆ ਜਾਏ, ਭਾਵ ਤੁਹਾਡੇ ਚਰਨਾਂ ਵਿੱਚ ਜੁੜਨਾ ਆ ਜਾਏ। ਕਿਉਂ ਆ ਜਾਏ? ਕਿਉਂਕਿ ਭੱਟ ਜਨ ਪਹਿਲਾਂ ਕਹਿ ਚੁੱਕੇ ਨੇ ਕਿ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲੈ ਜਾਣੀ ਜੁਗਤ। ਤੁਸੀਂ ਕਾਮ ਕ੍ਰੋਧ ਤ੍ਰਿਸ਼ਨਾ ਲੋਭ ਨੂੰ ਤਿਆਗ ਕੇ ਤੁਸੀਂ ਉਹ ਜੁਗਤੀ ਜਾਣ ਲਈ ਹੈ ਜਿਹਦੇ ਨਾਲ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਿਆ ਜਾ ਸਕਦਾ ਹੈ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਉਹ ਜੁਗਤੀ ਤੁਸੀਂ ਸਮਝ ਲਈ। ਇਸ ਲਈ ਸਿੱਧ ਸਾਧਕ ਆਸਾਸ ਹੈ, ਬੜੇ ਬੜੇ ਸਿੱਧ ਲੋਕ, ਬੜੇ ਬੜੇ ਸਾਧਨਾਵਾਂ ਕਰਨ ਵਾਲੇ ਜਿਹੜੇ ਨੇ ਉਹ ਵੀ ਚਾਹੁੰਦੇ ਨੇ ਕਿ ਗੁਰੂ ਅਮਰਦਾਸ ਜੀ ਸਾਨੂੰ ਕਿਤੇ ਤੁਹਾਡੇ ਚਰਨਾਂ ਨੂੰ ਪਰਸਣਾ ਮਿਲ ਜਾਏ, ਸਾਨੂੰ ਕਿਤੇ ਤੁਹਾਡੇ ਚਰਨਾਂ ਵਿੱਚ ਜੁੜ ਕੇ ਮਤ ਲੈਣੀ ਆ ਜਾਏ ਤੇ ਉਹ ਜੁਗਤੀ ਮਿਲ ਜਾਏ ਜਿਹਦੇ ਨਾਲ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ। ਇਵ ਪਾਈਐ ਅਸੀਂ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋ ਸਕੀਏ, ਸੰਸਾਰ ਦੇ ਮੋਹ ਮਾਇਆ ਵਿੱਚ ਰਹਿ ਕੇ ਮੋਹ ਮਾਇਆ ਤੋਂ ਉਪਰਾਮ ਹੋ ਸਕੀਏ, ਨਿਰਲੇਪ ਹੋ ਸਕੀਏ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਸਿੱਧ ਸਾਧਕ ਵੀ ਤੁਹਾਡੇ ਚਰਨਾਂ ਨੂੰ ਪਰਸਣਾ ਲੋਚਦੇ ਹਨ। ਉਹਨਾਂ ਦੇ ਮਨ ਵਿੱਚ ਵੀ ਇੱਛਾ ਹੈ ਕਿ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜੁੜਿਆ ਜਾਵੇ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਹੁਣ ਪੁੱਛਿਆ ਵੀ ਕਿਉਂ ਗੁਰੂ ਅਮਰਦਾਸ ਪਰਸੀਐ? ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਕਿਉਂ ਪਰਸਣਾ ਚਾਹੀਦਾ ਹੈ? ਜਿਹੜਾ ਧਿਆਨ ਵਰਤ ਰੱਖ ਕੇ ਨਹੀਂ ਅੰਦਰ ਲੱਗਾ, ਜਿਹੜਾ ਧਿਆਨ ਜੰਗਲਾਂ ਵਿੱਚ ਬਹਿ ਕੇ ਨਹੀਂ ਅਸੀਂ ਨਿਰੰਕਾਰ ਪਰਮਾਤਮਾ ਨਾਲ ਲਾ ਸਕੇ, ਜਿਹੜਾ ਧਿਆਨ ਪਹਾੜ ਦੀ ਚੋਟੀ ਤੇ ਬਹਿ ਕੇ ਨਹੀਂ ਅਸੀਂ ਲਾ ਸਕੇ, ਜਿਹੜਾ ਧਿਆਨ ਅਸੀਂ ਤੀਰਥਾਂ ਤੇ ਇਸ਼ਨਾਨ ਕਰਕੇ ਨਹੀਂ ਪ੍ਰਾਪਤ ਕਰ ਸਕੇ, ਜਿਹੜਾ ਧਿਆਨ ਨਿਰੰਕਾਰ ਦੇ ਨਾਲ ਕੰਨਾਂ ਵਿੱਚ ਮੁੰਦਰਾਂ ਪਾ ਕੇ ਨਹੀਂ ਅਸੀਂ ਪ੍ਰਾਪਤ ਕਰ ਸਕੇ,
ਉਹ ਧਿਆਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੇ ਚਰਨਾਂ ਨਾਲ ਪ੍ਰਸੰਨ ਕਰਕੇ, ਭਾਵ ਤੁਹਾਡੇ ਚਰਨਾਂ ਵਿੱਚ ਜੁੜ ਕੇ ਉਹ ਜੁਗਤੀ ਹਾਸਲ ਕਰਕੇ ਉਹ ਧਿਆਨ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਨਿਰੰਕਾਰ ਦੇ ਨਾਲ ਸਾਨੂੰ ਜੋੜਦਾ ਹੈ। ਤੇ ਜਿਨ੍ਹਾਂ ਨੇ ਉਸ ਧਿਆਨ ਨੂੰ ਪ੍ਰਾਪਤ ਕਰ ਲਿਆ, ਜਿਹਦਾ ਧਿਆਨ ਨਿਰੰਕਾਰ ਨਾਲ ਜੁੜ ਗਿਆ, ਪਉ ਮੁਕੈ, ਉਹਨਾਂ ਦਾ ਪੈਂਡਾ ਮੁੱਕ ਜਾਂਦਾ ਹੈ, ਉਹਨਾਂ ਦਾ ਸਫ਼ਰ ਮੁੱਕ ਜਾਂਦਾ ਹੈ, ਉਹਨਾਂ ਦਾ ਜਿਹੜਾ ਪੈਂਡਾ ਹੈ ਉਹ ਮੁੱਕ ਜਾਂਦਾ ਹੈ। ਅਸੀਂ ਪਤਾ ਨਹੀਂ ਕਦੋਂ ਦੇ ਚੱਲੇ ਹੋਏ ਆ। ਸਰੀਰ ਕਰਕੇ ਤਾਂ ਸਾਨੂੰ ਸੋਝੀ ਆ ਗਈ, ਸਰੀਰ ਕਰਕੇ ਤਾਂ ਆਪਾਂ ਨੂੰ ਗਿਆਨ ਆ ਗਿਆ, ਆਪਾਂ ਕੈਲਕੂਲੇਟ ਕਰਕੇ ਦੱਸ ਸਕਦੇ ਹਾਂ। ਅੱਜ ਦੇ ਤਾਂ ਸਮਾਂ ਇਦਾਂ ਦਾ ਆ ਗਿਆ ਵੀ ਤੁਹਾਡੇ ਮੋਬਾਈਲ ਦੇ ਵਿੱਚ ਹੀ ਇੱਕ ਐਸੀ ਐਪ ਹੈ ਕਿ ਤੁਸੀਂ ਉਹਨੂੰ ਔਨ ਕਰਕੇ ਜੇਬ ਵਿੱਚ ਪਾ ਲਓ ਤੇ ਤੁਸੀਂ ਤੁਰਨਾ ਸ਼ੁਰੂ ਕਰੋ। ਤੁਹਾਨੂੰ ਨਾਲ ਨਾਲ ਇਹ ਦੱਸ ਦਿੱਤਾ ਜਾਏਗਾ ਵੀ ਤੁਸੀਂ ਇੰਨੇ ਕਦਮ ਤੁਰ ਚੁੱਕੇ ਹੋ। ਅੱਜ ਮੋਬਾਈਲ ਸਾਨੂੰ ਦੱਸਦਾ ਹੈ ਨਾ, ਸ਼ਾਮ ਤੱਕ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਿੰਨੇ ਕਦਮ ਤੁਰਿਆ। ਚਲੋ ਕੈਲਕੂਲੇਟ ਲਾ ਕੇ ਆਪਾਂ ਦਿਨਾਂ ਦਾ, ਮਹੀਨਿਆਂ ਦਾ, ਸਾਲ ਦਾ ਅਸੀਂ ਹਿਸਾਬ ਲਾ ਲਈਏ ਵੀ ਮੈਂ ਇੰਨਾ ਪੈਂਡਾ ਹੁਣ ਤੱਕ ਤੈਅ ਕਰ ਚੁੱਕਾ, ਇੰਨਾ ਸਫ਼ਰ ਤੈਅ ਕਰ ਚੁੱਕਾ। ਪਰ ਕਦੀ ਅਧਿਆਤਮਕ ਤਰ ਤੇ ਵੀ ਕੈਲਕੂਲੇਟ ਕਰ ਸਕਦੇ ਹੋ? ਅਧਿਆਤਮਕ ਤਲ ਤੇ, ਜਿੰਦ ਅੰਦਰ ਦੀ ਜਿਹੜੀ ਆਤਮਿਕ ਜਿੰਦ ਹੈ, ਉੱਥੇ ਵੀ ਕੋਈ ਹਿਸਾਬ ਲਾ ਸਕਦੇ ਹੋ ਵੀ ਕਿੰਨੇ ਸਮੇਂ ਤੋਂ ਇਹ ਸਫ਼ਰ ਜਾਰੀ ਹੈ? ਕੋਈ ਮੋਬਾਈਲ ਦੇ ਵਿੱਚ ਐਸੀ ਐਪ ਹੈ ਜਿਹੜੀ ਤੁਹਾਨੂੰ ਇਹ ਦੱਸ ਸਕੇ ਕਿ ਤੁਹਾਡੀ ਆਤਮਿਕ ਮੰਡਲ ਦੇ ਵਿੱਚ ਤੁਹਾਡੀ ਜਿੰਦ ਦਾ ਕਿੰਨਾ ਸਫ਼ਰ ਹੁਣ ਤੱਕ ਹੋ ਚੁੱਕਾ ਹੈ? ਅਸੀਂ ਬਾਹਰ ਦਾ ਸਫ਼ਰ ਤੇ ਦੱਸ ਸਕਦੇ ਹਾਂ, ਕਿਉਂਕਿ ਬਾਹਰ ਦਾ ਗਿਆਨ, ਬਾਹਰ ਦੀ ਸੋਝੀ ਔਰ ਬਾਹਰ ਦੀ ਜੁਗਤੀ ਸਾਡੇ ਕੋਲ ਹੈ, ਪਰ ਸਾਡੇ ਅੰਦਰ ਦੀ ਜਿੰਦ ਕਦੋਂ ਦੀ ਤੁਰੀ ਹੋਈ ਹੈ ਕੋਈ ਪਤਾ ਨਹੀਂ। ਕਿੰਨੇ ਜਨਮ ਲੰਘ ਗਏ, ਕਿੰਨਾ ਸਫ਼ਰ ਇਹਨੇ ਤੈਅ ਕਰ ਲਿਆ, ਕੋਈ ਪਤਾ ਹੀ ਨਹੀਂ ਹੈ। ਇਹਦਾ ਪੈਂਡਾ ਮੁੱਕਣ ਤੇ, ਸਰੀਰ ਦਾ ਪੈਂਡਾ ਤੇ ਇੱਕ ਦਿਨ ਮੁੱਕ ਜਾਏਗਾ। ਇਹ ਤਾਂ ਘਟਦਾ ਜਾ ਰਿਹਾ ਨਾ, ਸਰੀਰ ਦਾ ਸਫ਼ਰ ਤਾਂ ਘਟਦਾ ਜਾ ਰਿਹਾ ਹੈ। ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਅੱਗੋਂ ਤਾਂ ਪਤਾ ਹੀ ਨਹੀਂ ਸਾਡਾ ਕਿੰਨਾ ਨੇੜੇ ਆ ਗਿਆ। 1 ਕਦਮ, 2 ਕਦਮ, 4 ਕਦਮ, 1000, ਪਤਾ ਨਹੀਂ ਕਿੰਨੇ ਕਦਮ ਸਾਡੇ ਰਹਿ ਗਿਆ। ਪਰ ਜਿੰਦ ਦਾ ਸਫ਼ਰ ਘਟਦਾ ਨਹੀਂ ਪਿਆ, ਸਗੋਂ ਵੱਧਦਾ ਪਿਆ। ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ। ਇਸ ਜਨਮ ਵਿੱਚ ਅਸੀਂ ਇਸ ਪੈਂਡੇ ਨੂੰ ਮੁਕਾਉਣਾ ਹੈ। ਇਸ ਮਨੁੱਖਾ ਜਨਮ ਵਿੱਚ ਅਸੀਂ ਇਸ ਪੈਂਡੇ ਨੂੰ ਮੁਕਾਉਣਾ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ। ਇਸ ਜਨਮ ਨੂੰ ਲੇਖੇ ਲਾ ਕੇ ਅਸੀਂ ਇਸ ਪੈਂਡੇ ਨੂੰ ਮੁਕਾਉਣਾ ਹੈ। ਇਹ ਸਾਡਾ ਇਹ ਸਫ਼ਰ ਮੁੱਕ ਜਾਏ, ਸਾਡਾ ਪੈਂਡਾ ਮੁੱਕ ਜਾਏ। ਪਰ ਉਹ ਕਿਵੇਂ ਮੁੱਕੇਗਾ? ਵਰਤ ਰੱਖ ਕੇ। ਉਹ ਕਿਵੇਂ ਮੁੱਕੇਗਾ? ਪਹਾੜਾਂ ਦੀ ਚੋਟੀ ਤੇ ਜਾ ਕੇ, ਜਾਂ ਜੰਗਲਾਂ ਵਿੱਚ ਜਾ ਕੇ, ਜਾਂ ਬਾਹਰ ਦੇ ਤੀਰਥਾਂ ਤੇ ਕਿਨਾਰੇ ਤੇ ਬੈਠ ਕੇ ਮੁੱਕੇਗਾ? ਨਹੀਂ। ਉਹ ਕਦੋਂ ਮੁੱਕੇਗਾ? ਜਦੋਂ ਅਸੀਂ ਪੂਰੇ ਗੁਰੂ ਦੇ ਚਰਨਾਂ ਨੂੰ ਪਰਸਾਂਗੇ, ਜਦੋਂ ਪੂਰੇ ਗੁਰੂ ਦੇ ਚਰਨਾਂ ਵਿੱਚ ਆਵਾਂਗੇ। ਸਾਨੂੰ ਜੁਗਤੀ ਕੀ ਦੱਸੀ ਸੀ? ਜੁਗਤੀ ਸੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਸੀ ਜੁਗਤੀ। ਜਿਹਨੇ ਇਸ ਜੁਗਤੀ ਨੂੰ ਬਣਾ ਲਿਆ, ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਿਆ, ਉਹਦਾ ਪੈਂਡਾ ਮੁੱਕ ਗਿਆ, ਉਹਦਾ ਸਫ਼ਰ ਮੁੱਕ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀਓ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ। ਧਿਆਨ ਲੱਗ ਜਾਂਦਾ ਉਸ ਨਿਰੰਕਾਰ ਨਾਲ, ਸੁਰਤ ਜੁੜ ਜਾਂਦੀ ਹੈ, ਲਿਵ ਜੁੜ ਜਾਂਦੀ ਹੈ ਉਸ ਨਿਰੰਕਾਰ ਨਾਲ। ਤੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਪਰਸ ਕੇ ਧਿਆਨ ਆਪਣਾ ਨਿਰੰਕਾਰ ਨਾਲ ਜੋੜਿਆ, ਪਉ ਮੁਕੈ, ਉਹਨਾਂ ਦਾ ਪੈਂਡਾ ਮੁੱਕ ਜਾਂਦਾ ਹੈ। ਗੁਰ ਅਮਰਦਾਸ ਪਰਸੀਐ ਅਪਉ ਲਭੈ ਗੋ ਚੁਕੈ। ਇੱਕ ਹੁੰਦਾ ਪਉ ਪੈਂਡਾ, ਇੱਕ ਹੁੰਦਾ ਗਊ। ਗਊ ਦਾ ਅਰਥ ਹੁੰਦਾ ਆਵਾਗਮਨ। ਸਾਡੀ ਜਿੰਦ ਜਿਹੜੀ ਆਵਾਗਮਨ ਵਿੱਚ, ਇੱਕ ਜੰਮਣ ਮਰਨ ਹੁੰਦਾ। ਬੜੀ ਵਾਰ ਆਪ ਜੀ ਨਾਲ ਵਿਚਾਰ ਦੀ ਸਾਂਝ ਪਾਈ ਹੈ। ਜੰਮਣ ਮਰਨ ਸਰੀਰ ਦਾ ਹੁੰਦਾ। ਸਰੀਰ ਜੰਮਿਆ, ਸਰੀਰ ਨੇ ਮਰ ਜਾਣਾ। ਪਰ ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਉਹ ਤੇ ਅੰਸ਼ ਹੈ ਪਰਮਾਤਮਾ ਦਾ। ਇਸ ਲਈ ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ। ਆਤਮਾ ਕੀ ਹੈ? ਸਾਡੀ ਜਿੰਦ ਆਵਾਗਮਨ ਦੇ ਵਿੱਚ ਹੈ। ਆਵਾਗਮਨ ਦਾ ਮਤਲਬ ਹੁੰਦਾ ਹੈ ਜਾਣਾ ਤੇ ਆਉਣਾ। ਬਸ ਸਾਡੀ ਜਿੰਦ ਦਾ ਆਉਣਾ ਜਾਣਾ ਲੱਗਾ ਹੋਇਆ ਹੈ।
ਕਹਿਣ ਲੱਗੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਪਰਸਿਆ, ਆ ਭਉ, ਭਉ ਦਾ ਅਰਥ ਹੁੰਦਾ ਡਰ, ਉਹ ਡਰ ਤੋਂ ਰਹਿਤ ਹੋ ਗਏ। ਉਹਨਾਂ ਅੰਦਰ ਕਿਸੇ ਪ੍ਰਕਾਰ ਦਾ ਵੀ ਭੈ ਜਿਹੜਾ ਸੀ ਉਹ ਨਹੀਂ ਰਹਿ ਗਿਆ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਗਿਆ। ਉਹਨਾਂ ਨੂੰ ਆ ਭਉ ਦੀ ਪ੍ਰਾਪਤੀ ਹੋ ਗਈ। ਲੱਭੈ ਦਾ ਅਰਥ ਪ੍ਰਾਪਤੀ ਹੋ ਜਾਣੀ। ਉਹ ਡਰ ਤੋਂ ਰਹਿਤ ਹੋ ਗਏ, ਕਿਸੇ ਕਿਸਮ ਦਾ ਡਰ, ਇੱਥੋਂ ਤੱਕ ਈਵਨ ਮੌਤ ਦਾ ਵੀ ਭੈ ਉਹਨਾਂ ਅੰਦਰੋਂ ਨਿਕਲ ਗਿਆ। ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੇ ਚਰਨਾਂ ਨੂੰ ਪਰਸਿਆ, ਜਾਂ ਜਿਹੜੇ ਪਰਸਣਗੇ, ਆ ਭਉ ਲੱਭੈ, ਉਹ ਭੈ ਤੋਂ ਰਹਿਤ ਹੋਣ ਵਾਲੀ ਪਦਵੀ ਨੂੰ ਪ੍ਰਾਪਤ ਕਰ ਲੈਣਗੇ। ਤੇ ਜਿਨ੍ਹਾਂ ਨੇ ਭੈ ਤੋਂ ਰਹਿਤ ਹੋਣ ਵਾਲੀ ਪਦਵੀ ਪਾ ਲਈ, ਗਉ ਚੁੱਕ ਹੈ, ਉਹਨਾਂ ਦਾ ਆਵਾਗਮਨ ਹੀ ਮੁੱਕ ਗਿਆ, ਉਹਨਾਂ ਦਾ ਆਵਾਗਮਨ ਹੀ ਖਤਮ ਹੋ ਗਿਆ। ਜਿਨ੍ਹਾਂ ਨੇ ਆਹ ਪਦਵੀ ਪਾ ਲਈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹਨਾਂ ਨੂੰ ਮਹਾਰਾਜ ਜੀਓ, ਉਹਨਾਂ ਦਾ ਗਉ ਆਵਾਗਮਨ ਸਦਾ ਲਈ ਮੁੱਕ ਜਾਂਦਾ ਹੈ। ਇੱਕ ਬਿਨ ਦੁਗਣ ਜੋ ਤੋ ਰਹੈ, ਜਾਂ ਸਮੰਤਰ ਮਨ ਵਹਿ ਲਹੈ। ਹੇ ਗੁਰੂ ਸਾਹਿਬ ਜੀਓ, ਇੱਕ ਬਿਨ, ਬੱਬੇ ਦੇ ਉੱਪਰ ਟਿੱਪੀ ਵੀ ਲੱਗੀ ਹੋਈ ਹੈ, ਨੰਨੇ ਨੂੰ ਸਿਆਰੀ, ਇੱਕ ਤੋਂ ਬਿਨਾ, ਦੋ ਗਣ, ਜਿਹੜੀ ਦੋ ਭਾਵਨਾ ਅੰਦਰ ਹੁੰਦੀ ਹੈ। ਕਹਿੰਦੇ ਜੋ ਤਉ ਰਹੇ, ਉਹਨਾਂ ਦੀ ਅੰਦਰ ਦੀ ਦੁਬਦਾ ਖਤਮ ਹੋ ਜਾਂਦੀ ਹੈ। ਰਹੇ ਦਾ ਅਰਥ ਹੁੰਦਾ ਖਤਮ ਹੋ ਜਾਣਾ। ਉਹਨਾਂ ਦੇ ਅੰਦਰ ਜਿਹੜੀ ਗਿਣਤੀ ਦੁੱਗਣੀ ਚੱਲਦੀ ਹੈ ਨਾ, ਦੋ ਅਵਸਥਾਵਾਂ ਵਿੱਚ ਚੱਲਦੀ ਹੈ, ਜਿਹਨੂੰ ਭਾਦੋਏ ਵੀ ਕਹਿ ਸਕਦੇ ਆ। ਅੰਦਰ ਦੋ ਭਾਵਨਾਵਾਂ ਰੱਖ ਕੇ ਜਿਨ੍ਹਾਂ ਅੰਦਰ ਗਿਣਤੀਆਂ ਮਿਣਤੀਆਂ ਚੱਲਦੀਆਂ ਨੇ, ਉਹਨਾਂ ਦੀ ਖਤਮ ਹੋ ਜਾਂਦੀ ਹੈ। ਇੱਕ ਤੋਂ ਸਿਵਾਏ ਉਹ ਕਦੇ ਦੂਜੇ ਦਾ ਆਸਰਾ ਨਹੀਂ ਲੈਂਦੇ। ਉਹਨਾਂ ਦੇ ਅੰਦਰੋਂ ਇਹ ਸਦਾ ਲਈ ਮੁੱਕ ਜਾਂਦਾ ਹੈ। ਕਦੋਂ? ਜਾਂ ਸੁਮੰਤਰ ਮਨ ਵਹਿ ਲਹੈ। ਕਹਿਣ ਲੱਗੇ ਜਦੋਂ ਕੋਈ ਮਾਨਵ, ਕੋਈ ਮਨੁੱਖ ਗੁਰੂ ਸਾਹਿਬ ਜੀ ਤੁਹਾਡੇ ਕੋਲ ਆ ਕੇ ਸੁਮੰਤਰ, ਉਹ ਉੱਚਾ ਮੰਤਰ, ਮੰਤਰ ਦਾ ਅਰਥ ਹੁੰਦਾ ਗੁਰਬਾਣੀ ਵਿੱਚ ਉਪਦੇਸ਼, ਜਿਨ੍ਹਾਂ ਨੇ ਸੁਮੰਤਰ, ਚੰਗਾ ਮੰਤਰ, ਜਿਨ੍ਹਾਂ ਨੇ ਚੰਗਾ ਉਪਦੇਸ਼ ਗੁਰੂ ਅਮਰਦਾਸ ਜੀ ਤੁਹਾਡੇ ਕੋਲੋਂ ਆ ਕੇ ਲਿਆ, ਉਹਨਾਂ ਨੂੰ, ਉਸ ਮਨੁੱਖ ਨੂੰ ਇਹ ਪ੍ਰਾਪਤੀ ਹੋ ਗਈ ਕਿ ਉਹ ਇੱਕ ਤੋਂ ਬਿਨਾਂ ਕਦੇ ਦੂਜੇ ਦਾ ਆਸਰਾ ਹੀ ਨਹੀਂ ਲੈਂਦੇ। ਉਹ ਇੱਕ ਤੋਂ ਬਿਨਾਂ ਕਦੇ ਦੂਜੇ ਦਾ ਧਿਆਨ ਨਹੀਂ ਧਰਦੇ। ਉਹ ਇੱਕ ਤੋਂ ਬਿਨਾਂ ਕਦੇ ਦੂਜੇ ਦਾ ਨਾਮ ਨਹੀਂ ਸਿਮਰਦੇ। ਉਹ ਸਦਾ ਲਈ ਇੱਕ ਨਾਲ ਜੁੜ ਜਾਂਦੇ ਨੇ, ਜਿਹੜੇ ਚੰਗੀ ਮੱਤ ਦੇ ਧਾਰਨੀ ਬਣ ਕੇ ਤੁਹਾਡੇ ਚਰਨਾਂ ਨੂੰ ਪਰਸਦੇ ਹਨ। ਜਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ। ਭੱਟ ਜਲਪ ਜੀ ਕਹਿੰਦੇ ਇਹ ਸਾਰੇ ਪਦਾਰਥ ਪਤਾ ਕਿਹਨੂੰ ਮਿਲਣੇ ਨੇ? ਕਿਹੜੇ ਵਾਲੇ? ਕਹਿੰਦੇ ਨੇ ਉਹਨਾਂ ਦੇ ਸਾਰੇ ਪਾਪ ਮੁੱਕ ਜਾਂਦੇ ਨੇ, ਔਰ ਉਹਨਾਂ ਦਾ ਧਿਆਨ ਨਿਰੰਕਾਰ ਨਾਲ ਜੁੜ ਜਾਂਦਾ ਹੈ, ਔਰ ਉਹਨਾਂ ਨੂੰ ਅਭਾਉ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਦਾ ਪੈਂਡਾ ਮੁੱਕ ਜਾਂਦਾ ਹੈ, ਉਹਨਾਂ ਦੀ ਭਟਕਣਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ। ਉਹ ਬਿਲਕੁਲ ਮੁਕਤ ਨਿਰਲੇਪ ਹੋ ਜਾਂਦੇ ਨੇ। ਇੱਕ ਤੋਂ ਸਿਵਾ ਉਹ ਕਦੇ ਦੂਜੇ ਦਾ ਧਿਆਨ ਨਹੀਂ ਅੰਦਰ ਧਰਦੇ। ਦੁਬਦਾ ਹੀ ਮੁੱਕ ਜਾਂਦੀ ਹੈ ਉਹਨਾਂ ਦੀ। ਜਲ ਪਾ ਪਦਾਰਥ ਇਤੜੇ, ਇਤੜੇ ਆ ਜਿੰਨੇ ਵੀ ਪਦਾਰਥ ਨੇ ਬਖਸ਼ਿਸ਼ਾਂ ਵਾਲੇ, ਗੁਰ ਅਮਰਦਾਸ ਡਿਠੈ ਮਿਲਹਿ। ਇਹ ਗੁਰੂ ਅਮਰਦਾਸ ਜੀ ਤੁਹਾਡੇ ਦੀਦਾਰ ਕਰਨ ਨਾਲ, ਤੁਹਾਡੇ ਦਰਸ਼ਨ ਕਰਨ ਨਾਲ ਗੁਰ ਅਮਰਦਾਸ ਪਰਸੀ ਹੈ। ਤੁਹਾਡੇ ਚਰਨਾਂ ਨੂੰ ਪਰਸਨ ਦੇ ਨਾਲ, ਜਿਨ੍ਹਾਂ ਨੂੰ ਸੁਮੱਤ ਮਿਲ ਗਈ, ਚੰਗੀ ਮੱਤ ਮਿਲ ਗਈ, ਜੁਗਤੀ ਮਿਲ ਗਈ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਤੁਹਾਨੂੰ ਗੁਰੂ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਆ ਕੇ ਤੱਕ ਲਿਆ, ਦੀਦਾਰ ਤੁਹਾਡੇ ਕਰ ਲਏ, ਮਿਲ ਹੈ। ਇਹ ਸਾਰੀਆਂ ਬਖਸ਼ਿਸ਼ਾਂ ਵਾਲੇ ਪਦਾਰਥ ਉਹਨਾਂ ਦੀ ਝੋਲੀ ਵਿੱਚ ਆ ਕੇ ਪੈ ਜਾਂਦੇ ਨੇ। ਐਸੇ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਤੋਂ ਸਦਕੇ ਜਾਈਏ, ਤੁਹਾਡੇ ਤੋਂ ਬਲਿਹਾਰੇ ਜਾਈਏ। ਜਿਨ੍ਹਾਂ ਨੇ ਤੁਹਾਡੇ ਚਰਨਾਂ ਨੂੰ ਪਰਸਿਆ ਉਹ ਮੁਕਤ ਹੋ ਗਏ ਤੇ ਵਿਕਾਰਾਂ ਤੋਂ ਰਹਿਤ ਹੋ ਗਏ। ਤੇ ਜਿਹੜੇ ਰਹਿਤ ਹੋ ਗਏ, ਜਿਨ੍ਹਾਂ ਨੇ ਇਹ ਸਾਰੇ ਪਦਾਰਥ ਪਾ ਲਏ, ਉਹ ਤਾਂ ਫਿਰ ਖੁਸ਼ੀ ਦੇ ਨਾਲ ਗਾਉਂਦੇ ਨੇ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ।
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭਾਗਾਂ ਵਾਲੇ ਨੇ ਉਹ ਜੋ ਸਮਰੱਥ ਪੂਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਜੁੜਦੇ ਨੇ, ਗੁਰਮਤਿ ਦੇ ਧਾਰਨੀ ਬਣਦੇ ਨੇ ਔਰ ਚੰਗੀ ਮੱਤ ਲੈ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾਉਂਦੇ ਨੇ। ਸਤਿਗੁਰੂ ਸਭਨਾਂ ਤੇ ਆਪਣਾ ਮਿਹਰ ਦਾਤ ਰੱਖਣ। ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਜੁੜ ਕੇ ਬਾਣੇ ਦੇ ਬਾਣੀ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਕਰ ਲਈਏ ਜੀ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਪਾਤਸ਼ਾਹ ਜੀ ਅੱਗੇ ਤੋਂ ਸਮੱਤ ਬਖਸ਼ਣ। ਜੋ ਭੱਟ ਜਲਪ ਜੀ ਆਪਣੀ ਰਸਨਾ ਤੋਂ ਇਹ ਪਾਵਨ ਬਚਨ ਉਚਾਰਨ ਕਰਦੇ ਨੇ, ਇਹ ਅੰਮ੍ਰਿਤਮਈ ਬਾਣੀ ਨੂੰ ਪਾਵਨ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਈਏ ਜੀ। ਇਕ ਬਿਨ ਦੁਗਣ ਜੋ ਤੌਰ ਹੈ, ਜਾਂ ਸੁਮੰਤਰ ਮਾਨਵੈ ਲਹੈ। ਜਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।